ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਮੁਹੰਮਦ ਇਮਤਿਆਜ਼ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ ਪ੍ਰੋਗਰਾਮ ਨਵੀਂ ਦਿਸ਼ਾ ਲੈ ਕੇ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਨੌਕਰੀ ਦੀ ਗੱਲ ਚੱਲਦੀ ਹੈ ਤਾਂ ਸਾਡੇ ਸਾਹਮਣੇ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਜੇਕਰ ਨੌਕਰੀ ਕੋਈ ਵਧੀਆ ਹੈ, ਸਭ ਤੋਂ ਵਧੀਆ ਨੌਕਰੀ ਜਿਹੜੀ ਭਾਰਤ ਦੇ ਵਿੱਚ ਮੰਨੀ ਜਾਂਦੀ ਹੈ ਤਾਂ ਉਹ ਹੈ ਜੀ ਸਿਵਲ ਸਰਵਿਸ ਦੀ ਨੌਕਰੀ। ਯਾਨੀ ਕਿ ਉਹਦੇ ਰਾਹੀਂ ਤੁਸੀਂ ਦੇਸ਼ ਦੀ ਸੇਵਾ ਵੀ ਕਰ ਸਕਦੇ ਹੋ, ਆਪਣੇ ਸਮਾਜ ਲਈ ਕੋਈ ਕੰਮ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਸਮਾਜ ਦੇ ਵਿੱਚ ਤੁਹਾਡਾ ਇੱਕ ਰੁਤਬਾ ਵੀ ਬਣਦਾ ਹੈ ਅਤੇ ਇਸ ਤੋਂ ਇਲਾਵਾ ਇਹਨਾਂ ਸਰਵਿਸਿਜ਼ ਨੂੰ ਨੌਕਰੀ ਨਾਲੋਂ ਵੱਧ ਕੇ ਸੇਵਾ ਮੰਨਿਆ ਜਾਂਦਾ ਹੈ। ਅਤੇ ਇਹ ਸੇਵਾਵਾਂ ਕਿਸ ਤਰ੍ਹਾਂ ਕੰਮ ਕਰਦੀਆਂ ਨੇ ਅਤੇ ਇਹਨਾਂ ਦੇ ਵਿੱਚ ਜਾਣ ਲਈ ਕੀ ਰਸਤੇ ਹੁੰਦੇ ਨੇ ਅਤੇ ਕਿਸ ਤਰੀਕੇ ਨਾਲ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਜਾਂਦੀ ਹੈ ਅਤੇ ਉਹਦੇ ਲਈ ਕਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਦੇ ਵਿੱਚ ਜਾਣਕਾਰੀ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਅੱਜ ਸਾਡੇ ਐਕਸਪਰਟ ਮੌਜੂਦ ਨੇ। ਡਾਕਟਰ ਮਲਕੀਤ ਸਿੰਘ, ਜਿਹੜੇ ਕਿ ਡਿਪਟੀ ਡਾਇਰੈਕਟਰ ਨੇ ਆਲ ਇੰਡੀਆ ਸਰਵਿਸਿਜ਼ ਸੈਂਟਰ ਫਾਰ ਕੰਪੀਟੀਟਿਵ ਐਗਜ਼ਾਮਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਸ਼ੁਕਰੀਆ ਇਮਤਿਆਜ਼ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀਆਂ ਸਿਵਲ ਸੇਵਾਵਾਂ ਪ੍ਰੀਖਿਆਵਾਂ ਹੁੰਦੀਆਂ ਨੇ ਜੀ, ਇਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੀਖਿਆਵਾਂ ਸ਼ਾਮਿਲ ਨੇ, ਕਿਹੜੇ-ਕਿਹੜੇ ਐਗਜ਼ਾਮਸ ਹੁੰਦੇ ਨੇ? ਦੇਖੋ ਜੀ, ਜਦੋਂ ਅਸੀਂ ਇਹਨਾਂ ਸਿਵਲ ਸਰਵਿਸਿਜ਼ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਸਿਸਟਮ ਹੋਵੇ, ਪਿੱਛੇ ਅਸੀਂ ਦੇਖੀਏ ਇਹਦੀ ਹਿਸਟਰੀ ਟਰੇਸ ਕਰੀਏ ਤੇ ਨੀਅਰ ਅਬਾਊਟ 5000 ਈਅਰ ਪਿੱਛੇ ਚੱਲ ਜਾਂਦੀ ਇੰਡਸ ਵੈਲੀ ਸਿਵਲਾਈਜੇਸ਼ਨ, ਜਾਂ ਸਾਨੂੰ ਜਾਪਾਨ ਦੇ ਵਿੱਚ ਜਾਂ ਸਾਨੂੰ ਚਾਈਨਾ ਦੇ ਵਿੱਚ ਜਿਹੜਾ ਮਤਲਬ ਸਿਸਟਮ ਜਿਹੜਾ ਮਿਲਦਾ। ਸੋ ਵਿਦ ਦੀ ਪਾਸਿਸ ਆਫ ਦੀ ਟਾਈਮ, ਸਮੇਂ ਦੇ ਨਾਲ ਚੇਂਜ ਹੋਣ ਦੇ ਨਾਲ ਇਹਨਾਂ ਦਾ ਨੇਚਰ ਚੇਂਜ ਹੋ ਰਿਹਾ, ਇਹਦੀ ਫੰਕਸ਼ਨ ਚੇਂਜ ਹੋ ਰਹੀ ਆ। ਸੋ ਇੰਡੀਆ ਦੇ ਵਿੱਚ ਜਿਹੜੀ ਅਸੀਂ ਕਹਿੰਦੇ ਹਾਂ ਕਿ ਜਿਹੜੀ ਆ ਮਾਡਰਨ ਜਿਹੜੀਆਂ ਆਈਆਂ ਸਿਵਲ ਸਰਵਿਸਿਜ਼ ਜਿਹੜੀਆਂ ਸਟਾਰਟ ਹੋਈਆਂ ਡਿਊਰਿੰਗ ਦੀ ਈਸਟ ਇੰਡੀਆ ਕੰਪਨੀ ਦੇ ਨਾਲ ਜਿਹੜਾ ਹੋਇਆ, ਦੈਨ ਉਸ ਤੋਂ ਬਾਅਦ ਮਕਾਲੇ ਦੀ ਜਿਹੜੀ ਆ ਕਮੇਟੀ ਬੈਠੀ, ਉਹਨੇ ਕੁਛ ਰਿਕਮੈਂਡੇਸ਼ਨਸ ਕੀਤੀਆਂ। ਸੋ ਚੇਂਜ ਹੁੰਦਿਆਂ ਅਰਲੀਅਰ ਇਹ ਜਿਹੜੀਆਂ ਸਿਵਲ ਸਰਵਿਸਿਜ਼ ਨੋਨ ਐਜ਼ ਏ ICS, ਇੰਡੀਅਨ ਸਿਵਲ ਸਰਵਿਸਿਜ਼, ਦੈਨ ਸਾਨੂੰ 1947 ਦੇ ਵਿੱਚ ਜਿਹੜੀ ਆਜ਼ਾਦੀ ਮਿਲੀ ਅਤੇ ਅਸੀਂ ਇਹਦਾ ਨੋਮਨਕਲੇਚਰ, ਨਾਮਕਰਨ ਜਿਹੜਾ ਚੇਂਜ ਕਰ ਦਿੱਤਾ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਜੀ ਆਲ ਇੰਡੀਆ ਸਰਵਿਸਿਜ਼। ਬਟ ਮੋਟੇ ਤੌਰ 'ਤੇ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 3 ਤਰ੍ਹਾਂ ਦੀਆਂ ਇਹਦੇ ਵਿੱਚ ਜਿਹੜੀਆਂ ਸਰਵਿਸਿਜ਼ ਆ ਜਾਂਦੀਆਂ, ਜਿਨ੍ਹਾਂ ਨੂੰ ਅਸੀਂ ਬੋਲ ਦਿੰਦੇ ਹਾਂ ਸੈਂਟਰਲ ਸਰਵਿਸਿਜ਼ ਆ ਜਾਂਦੀਆਂ, ਜਿਹੜੀਆਂ ਡਾਇਰੈਕਟਲੀ ਅੰਡਰ ਦੀ ਕੰਟਰੋਲ ਗਵਰਨਮੈਂਟ ਆਫ ਇੰਡੀਆ। ਉਹਦੇ ਵਿੱਚ ਆ ਜਾਂਦੀਆਂ ਨੇ ਸਾਡੇ ਕੋਲ ਟੈਕਨੀਕਲ, ਨਾਨ ਟੈਕਨੀਕਲ, ਸੱਚ ਐਜ਼ ਏ ਰੇਲਵੇ ਦੀਆਂ ਸਰਵਿਸਿਜ਼ ਆ ਜਾਂਦੀਆਂ, ਜਿਹੜੀਆਂ ਐਕਸਾਈਜ਼ ਵਾਲੀਆਂ ਆ ਜਾਂਦੀਆਂ, ਐਜੂਕੇਸ਼ਨ ਸਰਵਿਸਿਜ਼ ਜਿਹੜੀਆਂ ਆ ਜਾਂਦੀਆਂ ਨੇ, ਦੈਨ ਕੁਝ ਹੈਲਥ ਦੀਆਂ ਆ ਜਾਂਦੀਆਂ ਨੇ। ਉਹਨਾਂ ਦਾ ਕੰਟਰੋਲ ਜਿਹੜਾ ਵਾ ਡਾਇਰੈਕਟ ਜਿਹੜੀ ਆ ਸੈਂਟਰਲ ਗਵਰਨਮੈਂਟ ਆ। ਦੂਜੇ ਨੰਬਰ 'ਤੇ ਜਿਹਨਾਂ ਨੂੰ ਅਸੀਂ ਬੋਲ ਦਿੰਦੇ ਹਾਂ ਆਲ ਇੰਡੀਆ ਸਰਵਿਸਿਜ਼, ਉਹਦੇ ਵਿੱਚ 3 ਤਰ੍ਹਾਂ ਦੀਆਂ ਸਰਵਿਸਿਜ਼ ਆ ਜਾਂਦੀਆਂ ਨੇ। ਉਹਨਾਂ ਨੂੰ ਅਸੀਂ ਬੋਲਦੇ ਨੇ IAS, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼। ਦੈਨ ਨੰਬਰ 2 ਜਿਹੜੀਆਂ ਅਰਲੀਅਰ ਪਹਿਲਾਂ ਅੰਗਰੇਜ਼ਾਂ ਦੇ ਵੇਲੇ ਜਾਣੀਆਂ ਜਾਂਦੀਆਂ ਸੀ IP, ਇੰਡੀਅਨ ਪੁਲਿਸ, ਉਹਦਾ ਅਸੀਂ ਨਾਮਕਰਨ ਚੇਂਜ ਕੀਤਾ ਹੁਣ IPS, ਇੰਡੀਅਨ ਪੁਲਿਸ ਸਰਵਿਸਿਜ਼। ਐਂਡ ਜਿਹੜੀਆਂ ਤੀਜੀਆਂ ਹੈਗੀਆਂ ਇਹਦੇ 'ਚ ਇੰਡੀਅਨ ਫੋਰੈਸਟ ਜਿਹੜੀਆਂ ਸਰਵਿਸਿਜ਼। ਤਾਂ ਇਹ ਪਹਿਲੀ ਕੈਟੇਗਰੀ ਆ ਜਾਂਦੀ ਸਾਡੇ ਕੋਲ ਸੈਂਟਰਲ ਸਰਵਿਸਿਜ਼। ਦੂਜੀ ਆ ਜਾਂਦੀ ਸਾਡੇ ਕੋਲ ਆਲ ਇੰਡੀਆ ਸਰਵਿਸਿਜ਼ ਆ ਜਾਂਦੀਆਂ, ਜਿਹਦੇ ਵਿੱਚ 3 ਨੇ। ਸੋ ਪਹਿਲੀ ਜਿਹੜੀਆਂ ਡਾਇਰੈਕਟਲੀ ਕੰਟਰੋਲ ਕਰਦੀ ਸੈਂਟਰਲ ਗਵਰਨਮੈਂਟ, ਦੂਜੀ ਦੇ ਜਿਹੜੀਆਂ ਹੈਗੀਆਂ ਨੇ IAS, IPS ਜਾਂ ਇੰਡੀਅਨ ਫੋਰੈਸਟ ਸਰਵਿਸਿਜ਼। ਇਹਦੇ ਵਿੱਚ ਕੀ ਆ ਜੀ, ਜਿਹੜਾ ਇਹ ਦੋਨੋਂ ਤਰ੍ਹਾਂ ਸਟੇਟ ਗਵਰਨਮੈਂਟ ਅਤੇ ਸੈਂਟਰਲ ਗਵਰਨਮੈਂਟ ਜਿਹੜੀਆਂ ਕੰਟਰੋਲ ਕਰਦੀਆਂ। ਇਮੀਡੀਏਟ ਕੰਟਰੋਲ ਜਿਹੜਾ ਸਟੇਟ ਦੇ ਕੋਲ ਹੁੰਦਾ, ਜਿਵੇਂ ਦੇ ਟਰਾਂਸਫਰ ਵਗੈਰਾ ਕਰਨੀ। ਬਾਕੀ ਜਿਹੜਾ ਅਲਟੀਮੇਟ ਇਹਨਾਂ ਦਾ ਕੰਟਰੋਲ ਹੁੰਦਾ ਜਿਹੜਾ ਹੋਮ ਮਿਨਿਸਟਰ ਦੇ ਕੋਲ, ਜਿਹੜਾ ਉੱਥੋਂ ਇਹ ਚੱਲਦੀਆਂ ਨੇ। ਐਂਡ ਤੀਜੀ ਜਿਹੜੀ ਹੈ ਇਹਦੇ ਸਰਵਿਸਿਜ਼ ਆ ਜਾਂਦੀਆਂ, ਉਹ ਸਟੇਟ ਸਿਵਲ ਸਰਵਿਸਿਜ਼ ਆ ਜਾਂਦੀਆਂ। ਜਿੱਦਾਂ ਇੱਕ ਜਿਹੜਾ ਸੈਂਟਰਲ ਲੈਵਲ 'ਤੇ ਪੈਟਰਨ ਹੈਗਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਅੰਗਰੇਜ਼ਾਂ ਦੇ ਵੇਲੇ ਇਹਨੂੰ ਜਾਣਿਆ ਜਾਂਦਾ ਸੀਗਾ ਫੈਡਰਲ ਪਬਲਿਕ ਸਰਵਿਸ ਕਮਿਸ਼ਨ। ਉਸ ਤੋਂ ਬਾਅਦ ਅਸੀਂ ਇਹਦੀ ਸੈਟਅਪ ਚੇਂਜ ਕੀਤੀ ਅਤੇ ਇਹਨੂੰ ਅਸੀਂ ਬੋਲਦੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਜਿੱਦਾਂ ਦਿੱਲੀ ਦੇ ਜਿਹੜਾ ਆਫਿਸ ਹੈਗਾ। ਸੋ ਇਹ ਜਿਹੜੀਆਂ ਸੈਂਟਰਲ ਸਰਵਿਸਿਜ਼ ਨੇ ਜਾਂ ਆਲ ਇੰਡੀਆ ਸਰਵਿਸਿਜ਼, ਉਹਨਾਂ ਦੀ ਭਰਤੀ ਕਰਦੇ ਨੇ। ਅਤੇ ਸਟੇਟ ਦੀਆਂ ਜਿਹੜੀਆਂ ਸਰਵਿਸਿਜ਼ ਨੇ, ਜਿੱਦਾਂ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ PCS ਨੇ, ਪੰਜਾਬ ਸਿਵਲ ਸਰਵਿਸਿਜ਼। ਸੋ ਉਹਦੇ ਕੰਡਕਟ ਕਰਨ ਵਾਸਤੇ, ਭਰਤੀ ਕਰਨ ਵਾਸਤੇ ਸਾਡੇ ਕੋਲ ਹਰੇਕ ਮੋਸਟਲੀ ਜਿਹੜਾ ਸਟੇਟ ਦੇ ਚਾਪੋ ਆਪਣੀ ਜਿਹੜੀ ਉਹ ਕਮਿਸ਼ਨ ਨੇ, ਜਿੱਦਾਂ ਪੰਜਾਬ ਦੇ ਵਿੱਚ ਹੈਗਾ ਜਿਹਨੂੰ ਅਸੀਂ ਬੋਲਦੇ ਨੇ PPSC, ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਸੋ ਇਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਬਹੁਤ ਸਾਰੀ ਜਿਹੜੀ ਆ ਕੁਝ ਆ ਜਾਂਦੀਆਂ, ਜਿਹਨੂੰ ਅਸੀਂ ਬੋਲਦੇ ਹਾਂ PCS ਜਿਹੜੀ ਹੈ, ਇਹਦੇ ਵਿੱਚ ਜਿਹੜੀ ਆ ਐਗਜ਼ੈਕਟਿਵ ਹੈ। ਦੈਨ ਉਸ ਤੋਂ ਬਾਅਦ ਕੁਝ ਇਹਦੇ ਵਿੱਚ ਅਲਾਈਡ ਸਰਵਿਸਿਜ਼ ਆ ਜਾਂਦੀਆਂ, ਜਿੱਦਾਂ PPS ਦੀ ਭਰਤੀ ਹੋ ਗਈ, ਅਲਾਈਡ ਦੇ ਸਾਡੇ ਕੋਲ ਆ ਜਾਂਦੀਆਂ ਨੇ। ਠੀਕ ਹੈ, ਐਕਸਾਈਜ਼ ਦੇ ਜਿਹਨੂੰ ਅਸੀਂ ਬੋਲਦੇ ਨੇ ETO, ਅੱਜ ਕੱਲ੍ਹ ਇਹਦਾ ਵੀ ਨਾਮ ਚੇਂਜ ਕੀਤਾ। ਜਾਂ ਕਈ ਵਾਰ ਜਿਹੜਾ ਛੋਟੇ ਥੋੜ੍ਹੇ ਤਹਿਸੀਲਦਾਰ ਲੈਵਲ ਦੀ ਭਰਤੀ ਵੀ ਜਿਹੜੀ ਇਸ ਲੈਵਲ 'ਤੇ, ਜਾਂ BDPO ਲੈਵਲ 'ਤੇ, ਇਹ ਸਾਰੀਆਂ ਅਲਾਈਡ ਸਰਵਿਸਿਜ਼ ਆਉਂਦੀਆਂ। ਸੋ 3 ਤਰ੍ਹਾਂ ਦੀਆਂ ਜਿਹੜੀਆਂ ਸਾਡੇ ਕੋਲ ਜਿਹੜੀਆਂ ਸਰਵਿਸਿਜ਼ ਨੇ, ਸੈਂਟਰਲ ਸਰਵਿਸਿਜ਼ ਆ ਜੀ, ਦੈਨ ਆਲ ਇੰਡੀਆ ਜਿਹੜੀਆਂ ਸਿਵਲ ਸਰਵਿਸਿਜ਼ ਆ, ਅਤੇ ਜਿਹੜੀਆਂ ਸਾਡੇ ਕੋਲ ਸਟੇਟ ਜਿਹੜੀਆਂ ਸਿਵਲ ਸਰਵਿਸਿਜ਼ ਨੇ ਜੀ। ਅਤੇ ਤਿੰਨਾਂ ਜਿਹੜੀਆਂ ਤੁਸੀਂ ਕੈਟਾਗਰੀਜ਼ ਦੱਸੀਆਂ ਨੇ, ਜਿਹੜੀਆਂ ਆਲ ਇੰਡੀਆ ਸਰਵਿਸਿਜ਼ ਨੇ, ਜਾਂ ਸੈਂਟਰਲ ਸਿਵਲ ਸਰਵਿਸਿਜ਼ ਨੇ, ਜਾਂ ਫਿਰ ਜਿਹੜੀਆਂ
ਜਿਹੜੀਆਂ ਸਟੇਟ ਲੈਵਲ ਦੀਆਂ ਸਿਵਲ ਸਰਵਿਸਿਜ਼ ਨੇ, ਇਹਨਾਂ ਦੇ ਐਗਜ਼ਾਮਸ ਜਿਹੜੇ ਕਿਸ ਤਰ੍ਹਾਂ ਹੁੰਦੇ ਨੇ? ਕਿ ਕੁਛ ਦੇ ਕਾਮਨ ਐਗਜ਼ਾਮਸ ਵੀ ਹੁੰਦੇ ਨੇ ਜਾਂ ਅਲੱਗ-ਅਲੱਗ ਐਗਜ਼ਾਮਸ ਲਏ ਜਾਂਦੇ ਨੇ? ਦੇਖੋ, ਜਿਹੜੀਆਂ ਸੈਂਟਰਲ ਦੀਆਂ ਨੇ, ਜਿਹਨੂੰ ਅਸੀਂ ਸੈਂਟਰਲ ਸਰਵਿਸਿਜ਼ ਬੋਲਦੇ ਨੇ ਜਾਂ ਅਸੀਂ ਆਲ ਇੰਡੀਆ ਸਰਵਿਸਿਜ਼ ਬੋਲਦੇ ਨੇ, ਉਹ ਦੇ ਜਿਹੜੇ ਟੈਸਟ ਜਾਂ ਉਹਨਾਂ ਦੇ ਜਿਹੜੇ ਐਗਜ਼ਾਮ ਜਿਹੜੇ ਆ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਹੁੰਦਾ, ਸੋ ਕੁਝ ਨੇ ਜਿਹੜੀਆਂ ਆਲ ਇੰਡੀਆ ਸਿਵਲ ਸਰਵਿਸਿਜ਼ ਨੇ IAS IPS, ਉਹ ਤਾਂ ਇੱਕ ਹੀ ਜਿਹੜਾ ਟੈਸਟ ਹੁੰਦਾ, ਉਹਦੇ ਅਕੋਰਡਿੰਗ ਜਿਹੜਾ ਬੱਚਿਆਂ ਦੀ ਕੀ ਰੈਂਕਿੰਗ ਆਉਂਦੀ ਆ, ਉਹਦੇ ਅਕੋਰਡਿੰਗ ਉਹਨਾਂ ਦੀ ਪ੍ਰੈਫਰੈਂਸ ਦੇ ਅਕੋਰਡਿੰਗ ਉਹਨਾਂ ਨੂੰ ਜਿਹੜੀਆਂ ਸੀਟਸ ਜਿਹੜੀਆਂ ਜਾਂ ਉਹਨਾਂ ਨੂੰ ਮਿਲਦੇ ਨੇ ਡੈਜ਼ਿਗਨੇਸ਼ਨ। ਐਂਡ ਸਟੇਟ ਵਾਲੀਆਂ ਜਿਹੜੀਆਂ ਨੇ ਮੋਸਟਲੀ ਅਸੀਂ ਦੇਖੀਏ ਤਾਂ ਜਿਹੜਾ ਲਗਭਗ ਜਿਹੜਾ ਵਾ ਕੁਛ ਜ਼ਿਆਦਾ ਫਰਕ ਨਹੀਂ ਆ, ਸਿਲੇਬਸ ਜਿਹੜਾ ਸੇਮ ਹੀ ਹੋ ਗਿਆ ਵਾ ਸੈਂਟਰ ਦਾ ਅਤੇ ਸਟੇਟ ਦਾ। ਜਿੱਦਾਂ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਮਤਲਬ ਸੇਮ ਪੈਟਰਨ ਅਸੀਂ ਜਿਹੜਾ ਉਹਨੂੰ ਫੋਲੋ ਜਿਹੜਾ ਮਤਲਬ ਕਰ ਰਹੇ ਹਾਂ। ਜਾਂ ਅਸੀਂ ਕਈ ਵਾਰ ਜਦੋਂ ਬੱਚਾ ਕੋਈ ਤਿਆਰੀ ਕਰਤਾ ਇਹਨਾਂ ਜਿਹੜਾ ਸਰਵਿਸਿਜ਼ ਦੀ, ਤਾਂ ਇਹਨਾਂ ਨੂੰ ਅਸੀਂ ਕਹਿ ਦਿੰਦੇ ਮਦਰ ਆਫ ਆਲ ਐਗਜ਼ਾਮ। ਸੋ ਇਹ ਮਤਲਬ ਕੁਛ ਚੀਜ਼ ਇਹਦੇ ਵਿੱਚ ਇੱਦਾਂ ਦੀ ਹੈ ਨਹੀਂ ਕਿ ਜਿਹੜਾ ਤੁਸੀਂ ਨਹੀਂ ਕਵਰ ਕਰਨਾ ਪੈਂਦਾ। ਸੋ ਲਗਭਗ ਸਿਲੇਬਸ ਜਿਹੜਾ ਸੇਮ ਹੈ। ਤੁਸੀਂ UPSC ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਤੁਸੀਂ ਅਪੀਅਰ ਹੋ ਸਕਦੇ ਸਟੇਟ ਸਿਵਲ ਸਰਵਿਸਿਜ਼ ਦੇ ਵਿੱਚ। ਤੁਸੀਂ UPSC ਦੀ ਕਰ ਰਹੇ ਹੋ, ਤੁਸੀਂ ਜਿਹੜੀਆਂ ਸੈਂਟਰਲ ਸਰਵਿਸਿਜ਼ ਦੇ ਜਿਹੜਾ ਉਹ ਵੀ ਅਪੀਅਰ ਜਿਹੜਾ ਮਤਲਬ ਹੋ ਸਕਦੇ। ਪਹਿਲਾਂ ਆਪਾਂ ਜਿਹੜੀਆਂ ਸੈਂਟਰਲ ਦੀਆਂ ਸਿਵਲ ਸਰਵਿਸਿਜ਼ ਨੇ ਜਾਂ ਆਲ ਇੰਡੀਆ ਸਿਵਲ ਸਰਵਿਸਿਜ਼ ਨੇ, ਉਹਨਾਂ ਬਾਰੇ ਗੱਲ ਕਰਦੇ ਹਾਂ ਕਿ ਇਹਨਾਂ ਦੇ ਵਿੱਚੋਂ ਆਮ ਤੌਰ 'ਤੇ ਜਿਹੜੀਆਂ ਪ੍ਰਸ਼ਾਸਨਿਕ ਸੇਵਾਵਾਂ ਨੇ ਜਾਂ ਪੁਲਿਸ ਦੀਆਂ ਸੇਵਾਵਾਂ ਨੇ, ਜਿਨ੍ਹਾਂ ਨੂੰ IAS ਤੇ IPS ਕਿਹਾ ਜਾਂਦਾ, ਆਮ ਲੋਕਾਂ ਨੂੰ ਉਹਦੇ ਬਾਰੇ ਪਤਾ ਹੈ। ਅਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਇਸ ਐਗਜ਼ਾਮ ਦੇ ਰਾਹੀਂ ਜਿਹੜੀਆਂ ਵੈਕੈਂਸੀਜ਼ ਨੇ ਫਿਲ ਕੀਤੀਆਂ ਜਾਂਦੀਆਂ ਨੇ। ਤਾਂ ਇਹਨਾਂ ਦੋਵਾਂ ਤੋਂ ਇਲਾਵਾ ਹੋਰ ਕਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਕਿ UPSC ਕੰਡਕਟ ਕਰਦਾ ਇੱਕੋ ਐਗਜ਼ਾਮ ਦੇ ਥਰੂ? ਦੇਖੋ, ਇਹਦੇ ਇਲਾਵਾ ਜਿਹੜੀਆਂ ਨੇ IAS IPS ਜਾਂ ਇੰਡੀਅਨ ਫੋਰੈਸਟ ਸਰਵਿਸਿਜ਼ ਤੋਂ ਇਲਾਵਾ ਬਹੁਤ ਸਾਰੀਆਂ ਅਸੀਂ ਗੱਲ ਕਰ ਜਿਹੜੀਆਂ ਸੈਂਟਰਲ ਸਰਵਿਸਿਜ਼ ਨੇ, ਪੈਰਾਮਿਲਟਰੀ ਸਰਵਿਸਿਜ਼ ਨੇ, ਹੈਲਥ ਸਰਵਿਸਿਜ਼ ਨੇ, ਐਜੂਕੇਸ਼ਨ ਸਰਵਿਸਿਜ਼ ਨੇ, ਇਕਨੋਮਿਕਸ ਦੇ ਜਿਹੜੀਆਂ ਸਰਵਿਸਿਜ਼ ਨੇ, ਬੈਂਕਿੰਗ ਦੇ ਵਿੱਚ ਨੇ, ਇੰਜੀਨੀਅਰਿੰਗ ਦੇ ਵਿੱਚ ਨੇ। ਉਹਨਾਂ ਨੂੰ ਅਸੀਂ ਫੇਰ ਕੈਟੇਗਰੀ ਕਰ ਦਿੰਦੇ ਹਾਂ ਟੈਕਨੀਕਲ ਐਂਡ ਨਾਨ ਟੈਕਨੀਕਲ ਸਰਵਿਸਿਜ਼। ਉਹਨਾਂ ਦੀ ਵੀ ਜਿਹੜੀ ਭਰਤੀ ਜਿਹੜੀ ਆ, ਕੁਛ ਬੱਚੇ ਜੇਕਰ ਇਹ ਨਹੀਂ ਤਾਂ ਕੁਛ ਇਹਨਾਂ ਦੇ ਵਿੱਚ ਵੀ ਜਿਹੜਾ ਮਤਲਬ ਅਪੀਅਰ ਹੋ ਕੇ ਜੇ ਉੱਧਰ ਨਹੀਂ ਹੋ ਰਹੀ ਗੱਲ ਤਾਂ ਇੱਧਰ ਵੀ ਆਪਣਾ ਕੈਰੀਅਰ ਜਿਹੜਾ ਉਹ ਬਣਾ ਸਕਦੇ ਨੇ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਮੰਨ ਕੇ ਚੱਲਦੇ, ਅਸੀਂ ਤਿੰਨ ਹੀ ਨਾ ਮੰਨ ਕੇ ਚੱਲੀਏ, ਜੇਕਰ ਬੱਚੇ ਪ੍ਰੈਪਰੇਸ਼ਨ ਜਾਂ ਕਰ ਰਹੇ ਨੇ ਕੈਂਡੀਡੇਟ, ਤਾਂ ਇਹਨਾਂ ਦੇ ਵਿੱਚ ਜਿਹੜਾ ਅਪੀਅਰ ਹੋ ਸਕਦੇ ਨੇ ਅਤੇ ਆਪਣੀ ਜਿਹੜੀ ਆ ਕੈਰੀਅਰ ਇਹਦੇ ਵਿੱਚ ਜਿਹੜਾ ਬਣਾ ਸਕਦੇ ਨੇ, ਚੱਲ ਸਕਦੇ ਨੇ ਜੀ। ਅਤੇ ਜਿਹੜਾ IAS ਦਾ ਐਗਜ਼ਾਮ ਜਿਹਨੂੰ ਕਿਹਾ ਜਾਂਦਾ ਸਿਵਲ ਸਰਵਿਸ ਐਗਜ਼ਾਮ ਹੁੰਦਾ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਅਲਾਈਡ ਸਰਵਿਸਿਜ਼ ਹੁੰਦੀਆਂ ਨੇ ਜਿਹੜੀਆਂ ਹੋਰ ਸਰਵਿਸਿਜ਼ ਦੇ ਨਾਲ ਰਿਲੇਟਡ ਹੁੰਦੀਆਂ ਨੇ। ਤਾਂ ਉਹਦੇ ਵਿੱਚ IAS IPS ਜਾਂ ਬਹੁਤਾ ਲੋਕਾਂ ਨੂੰ ਪਤਾ ਹੈ ਕਿ IFS ਬਾਰੇ, ਫੋਰਨ ਸਰਵਿਸ ਜਿਹੜੀ ਹੁੰਦੀ ਹੈ, ਇਸ ਤੋਂ ਇਲਾਵਾ ਹੋਰ ਕਿਹੜੀਆਂ ਸਰਵਿਸਿਜ਼ ਉਹਦੇ ਵਿੱਚ ਸ਼ਾਮਲ ਨੇ? ਦੇਖੋ, ਇਹਦੇ ਵਿੱਚ ਜਿਹੜੀਆਂ ਅਸੀਂ ਗੱਲ ਕਰ ਰਹੇ ਹਾਂ, ਇੰਡੀਅਨ ਰੇਲਵੇ ਸਰਵਿਸਿਜ਼ ਆ ਗਈਆਂ ਜੀ, ਇੰਡੀਅਨ ਪੋਸਟਲ ਸਰਵਿਸਿਜ਼ ਆ ਗਈਆਂ, ਇੰਡੀਅਨ ਇਕਨੋਮਿਕ ਸਰਵਿਸਿਜ਼ ਆ ਗਈਆਂ, ਹੈਲਥ ਦੇ ਵਿੱਚ ਜਿਹੜੀਆਂ ਆ ਗਈਆਂ ਸਰਵਿਸਿਜ਼ ਬਹੁਤ ਸਾਰੀਆਂ, ਮਤਲਬ ਕਾਫੀ ਗਿਣਤੀ ਦੇ ਵਿੱਚ ਨੇ ਜਿਹੜੀਆਂ ਇਹਦਾ ਪਾਰਟ ਹੈਗੀਆਂ ਨੇ, ਜਿਹੜਾ ਮਤਲਬ ਬੱਚੇ ਕੈਰੀਅਰ ਇਹਦੇ ਜਿਹੜਾ ਆਪਣਾ ਬਣਾ ਸਕਦੇ ਨੇ ਜੀ। ਇਹਨਾਂ ਡਿਪਾਰਟਮੈਂਟਸ ਤੇ ਜਿਹੜੀਆਂ ਹਾਇਰ ਰੈਂਕ ਦੀਆਂ ਪੋਜੀਸ਼ਨਸ ਹੁੰਦੀਆਂ, ਉਹਨਾਂ ਸਰਵਿਸਿਜ਼ ਰਾਹੀਂ ਭਰੀਆਂ ਜਾਂਦੀਆਂ ਨੇ ਇਸ ਐਗਜ਼ਾਮ? ਬਿਲਕੁਲ ਜੀ। ਪੈਰਾਮਿਲਟਰੀ ਸਰਵਿਸਿਜ਼ ਨੇ, ਜਿਵੇਂ ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ਨੇ, ਜਿਹੜੀਆਂ ਇਸ ਤਰੀਕੇ ਨਾਲ ਜੀ। ਅੱਛਾ, ਜੇਕਰ ਆਪਾਂ ਇਸ ਐਗਜ਼ਾਮ ਦੀ ਗੱਲ ਕਰੀਏ ਤਾਂ ਸਿਲੇਬਸ ਕਾਫੀ ਵਾਸਟ ਹੁੰਦਾ ਹੈ, ਤਾਂ ਤੁਸੀਂ ਥੋੜਾ ਜਿਹਾ ਆਊਟਲਾਈਨ ਦੱਸ ਸਕਦੇ ਹੋ ਵੀ ਇਸ ਸਿਲੇਬਸ ਦੇ ਵਿੱਚ ਕਵਰ ਕੀ ਕੀਤਾ ਜਾਂਦਾ? ਦੇਖੋ ਜੀ, ਇਹਨੂੰ ਅਸੀਂ ਕਹਿ ਦਿੰਦੇ ਆ ਕਿ ਟਫੈਸਟ ਐਗਜ਼ਾਮ ਜਾਂ ਮਦਰ ਆਫ ਆਲ ਐਗਜ਼ਾਮ। ਸੋ ਅਸੀਂ ਜਦੋਂ ਬੱਚਾ ਕੋਈ ਪ੍ਰੈਪਰੇਸ਼ਨ ਕਰਦਾ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਕੀ ਛੱਡਣਾ, ਅਸੀਂ ਪੜ੍ਹਨਾ ਕਿੱਦਾਂ ਜੀ, ਠੀਕ ਹੈ। ਸੋ ਇਹਨੂੰ ਉਹ ਇਸ ਤਰੀਕੇ ਨਾਲ ਰੱਖਿਆ ਗਿਆ ਵਾ ਕਿ ਇਹ ਡਿਊਰਿੰਗ ਜਿਹੜਾ ਬ੍ਰਿਟਿਸ਼, ਜਦੋਂ ਅਸੀਂ ਮਕਾਲੇ ਦੀ ਰਿਪੋਰਟ ਦੇਖਦੇ ਹਾਂ ਤਾਂ ਉਹਨਾਂ ਨੇ ਇਹਦੇ ਵਿੱਚ ਜਦੋਂ ਰਿਫਾਰਮ ਕੀਤੇ, ਤਾਂ ਇਸ ਤੋਂ ਪਹਿਲਾਂ ਜਿਹੜੇ ਆ ਇੰਡੀਆ ਦੇ ਜਿਹੜੇ ਲੋਕ ਭਰਤੀ ਕੀਤੇ ਜਾਂਦੇ ਸੀ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦੇ ਦੌਰਾਨ, ਤੇ ਉਹ ਸਿਰਫ ਕਲੈਰੀਕਲ ਜਾਂ ਰਾਈਟਰ ਦੀ ਪੋਸਟ, ਉਦੋਂ ਕਲਰਕ ਨੂੰ ਰਾਈਟਰ ਬੋਲਿਆ ਜਾਂਦਾ ਸੀ। ਉੱਥੋਂ ਜੋ ਰਿਕਮੈਂਡੇਸ਼ਨਸ ਹੋਈਆਂ, ਉੱਥੇ ਉਹਨਾਂ ਨੇ ਏਜ ਚੇਂਜ ਕੀਤੀ, ਏਜ 18 ਤੋਂ 23 ਸਾਲ। ਸੋ 18 ਤੋਂ 23 ਸਾਲ ਕਰਨ ਦਾ ਪਰਪਸ ਸੀਗਾ ਕਿ ਇਹ ਜਿਹੜਾ ਕਾਲਜ ਲੈਵਲ ਜਾਂ ਯੂਨੀਵਰਸਿਟੀ ਲੈਵਲ ਦੇ ਪੜ੍ਹੇ ਲਿਖੇ ਜਿਹੜੇ ਲੋਕ ਇਹਦੇ ਜਿਹੜਾ ਐਂਟਰ ਕਰਨ। ਸੋ ਜਦੋਂ ਅਸੀਂ ਇਹਨਾਂ ਦੀ ਇਹ ਗੱਲ ਕਰਦੇ ਹਾਂ ਕਿ ਅਸੀਂ ਇਹਨੂੰ ਸਿਲੇਬਸ ਨੂੰ ਕਰਨਾ ਕਿੱਦਾਂ, ਜਾਂ ਬਹੁਤ ਜ਼ਿਆਦਾ ਸਿਲੇਬਸ ਹੈਗਾ, ਉਹਨੂੰ ਅਸੀਂ ਪੜ੍ਹਨਾ ਕਿੱਦਾਂ। ਸੋ ਇਹ ਸਿਲੇਬਸ ਜਦੋਂ ਅਸੀਂ ਦੇਖਦੇ ਹਾਂ ਜਾਂ UPSC ਦੇ ਅਸੀਂ ਪੜ੍ਹਦੇ ਤਾਂ ਸਾਨੂੰ ਤਿੰਨ ਚੀਜ਼ਾਂ 'ਤੇ ਫੋਕਸ ਰੱਖਣਾ ਪੈਂਦਾ: ਪਾਸਟ, ਪ੍ਰੈਜ਼ੈਂਟ ਐਂਡ ਦੀ ਫਿਊਚਰ। ਸੋ ਇਹਦੇ ਵਿੱਚ ਜਿਹੜਾ ਸਾਨੂੰ ਪਾਸਟ ਵੀ ਪਤਾ ਹੋਵੇ, ਪ੍ਰੈਜ਼ੈਂਟ ਵੀ ਪਤਾ ਹੋਵੇ, ਫਿਊਚਰ। ਸੋ ਯੂ ਆਰ ਗੋਇੰਗ ਟੂ ਬੀ ਅ ਟਰਬਲ ਸ਼ੂਟਰ ਫॉर ਦੀ ਗਵਰਨਮੈਂਟ। ਤੁਸੀਂ ਗਵਰਨਮੈਂਟ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਜਾ ਰਹੇ ਜੋ, ਪਾਲਿਸੀ ਬਣਾਉਣ ਜਾ ਰਹੇ ਜੋ, ਕੋਆਰਡੀਨੇਟ ਕਰਨ ਜਾ ਰਹੇ ਜੋ। ਸੋ ਉਹਦੇ ਵਾਸਤੇ ਜਿਹੜਾ ਤੁਹਾਨੂੰ ਇੱਕ ਬਹੁਤ ਕੁਛ ਜਿਹੜਾ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਤੁਹਾਡੇ ਆਈਡੀਆਜ਼, ਜਿਹਨੂੰ ਅਸੀਂ ਕਹੀਏ ਕਿ ਮੈਚਿਓਰਿਟੀ ਹੋਣੀ ਚਾਹੀਦੀ, ਤੁਹਾਡੇ ਆਈਡੀਆਜ਼ ਜਿਹੜੇ ਆ ਉਹ ਸਟਰੋਂਗ ਹੋਣੇ ਚਾਹੀਦੇ ਨੇ ਜੀ। ਜੇਕਰ ਆਪਾਂ ਥੋੜਾ ਜਿਹਾ ਸਪੈਸੀਫਿਕ ਇਹਦੇ ਬਾਰੇ ਗੱਲ ਕਰੀਏ ਤਾਂ ਜਿਹੜਾ ਬੱਚਾ ਤਿਆਰੀ ਕਰਦਾ, ਚਲੋ ਇੱਕ ਤਾਂ ਹੋ ਗਿਆ ਐਗਜ਼ਾਮ ਜਦੋਂ ਨਿਕਲਦਾ ਤਾਂ ਉਦੋਂ ਇੱਕ ਆਊਟਲਾਈਨ ਦਿੱਤੀ ਜਾਂਦੀ ਹੈ, ਪਰ ਮੋਟੇ ਤੌਰ ਤੇ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ, ਉਹਨਾਂ ਨੇ ਸਾਲ ਬਾਅਦ ਐਗਜ਼ਾਮ ਦੇਣਾ ਹੈ ਜਾਂ 1.5 ਸਾਲ ਬਾਅਦ ਐਗਜ਼ਾਮ ਦੇਣਾ ਚਾਹੁੰਦੇ ਨੇ, ਪਰ ਤਿਆਰੀ ਉਹਨਾਂ ਨੇ ਸ਼ੁਰੂ ਕਰ ਦਿੱਤੀ, ਤਾਂ ਉਹਨਾਂ ਨੂੰ ਕਿਹੜੇ ਵਿਸ਼ੇ ਨੇ ਜਿਹੜੇ ਪੜ੍ਹਨੇ ਚਾਹੀਦੇ ਨੇ ਅੱਜ? ਦੇਖੋ, ਇਹਦਾ ਜਦੋਂ ਅਸੀਂ ਇਹਦੀ ਸਕੀਮ ਦੇਖਦੇ ਹਾਂ, ਇਹ ਤਾਂ ਇਹਦੇ ਨੂੰ 3 ਪਾਰਟ 'ਚ ਅਸੀਂ ਡਿਵਾਈਡ ਕੀਤਾ ਹੋਇਆ ਵਾ।
ਜਿਹੜਾ ਇਹਨੂੰ ਅਸੀਂ ਪ੍ਰੀ ਬੋਲ ਦਿੰਦੇ ਹਾਂ। ਦੈਨ ਉਸ ਤੋਂ ਬਾਅਦ ਆ ਮੇਨਸ ਤੋਂ ਬਾਅਦ ਅਸੀਂ ਚੱਲਦੇ ਹਾਂ ਇੰਟਰਵਿਊ ਵੱਲ। ਸੋ ਬਟ ਜਦੋਂ ਅਸੀਂ ਇਹਦੀ ਪ੍ਰੈਪਰੇਸ਼ਨ ਕਰਨੀ ਹੈ ਤਾਂ ਸਾਨੂੰ ਅਪਰੋਕਸੀਮੇਟਲੀ ਸਾਰਾ ਹੀ ਸਿਸਟਮ, ਸਾਰਾ ਹੀ ਸਿਲੇਬਸ ਨਾਲ ਲੈ ਕੇ ਜਿਹੜਾ ਚੱਲਣਾ ਪਵੇਗਾ ਜੀ। ਸੋ ਪ੍ਰੀ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਪ੍ਰੀ ਦੇ ਵਿੱਚ ਫਿਰ ਅੱਗੇ 2 ਉਹਦੇ ਪੇਪਰ ਨੇ। ਪ੍ਰੀ ਦੇ ਸਾਡੇ ਕੋਲ ਜਿਹੜਾ GS ਦਾ ਪੇਪਰ ਆਉਂਦਾ, ਉਹਦੇ 'ਚ ਤੁਸੀਂ ਐਵਰੀ ਆਸਪੈਕਟ ਜਿਹੜਾ ਕਵਰ ਕੀਤਾ ਜਾਂਦਾ, ਇਕਨੋਮਿਕਸ ਆ, ਪੋਲਿਟੀ ਆ, ਜਿਓਗ੍ਰਾਫੀ ਆ, ਹਿਸਟਰੀ ਆ, ਨਾਲ ਉਹਦੇ ਦੂਜਾ ਪੇਪਰ ਹੈਗਾ ਵਾ ਜੀ ਜਿਹਨੂੰ ਅਸੀਂ ਬੋਲਦੇ ਨੇ ਜਨਰਲ ਸਟੱਡੀ 2 ਜਾਂ ਜਿਸ ਕਈ ਵਾਰ ਉਹਨੂੰ ਬੋਲਦੇ CSAT, ਸੈਂਟਰਲ ਜਿਹੜਾ ਵਾ ਉਹਦਾ ਐਪਟੀਟਿਊਡ ਜਿਹੜਾ ਟੈਸਟ, ਉਹਦੇ 'ਚ ਤੁਹਾਡੀ ਆ ਜਾਂਦੀ ਆ ਮੈਂਟਲ ਬਿਲਿਟੀ, ਰੀਜ਼ਨਿੰਗ ਆ ਜਾਂਦੀ ਆ, ਇੰਗਲਿਸ਼ ਆ ਜਾਂਦੀ ਆ, ਕੁਐਂਟ ਜਿਹੜਾ ਆ ਜਾਂਦਾ। ਦੈਨ ਉਸ ਤੋਂ ਬਾਅਦ ਫਿਰ ਜਿਹੜਾ ਬੱਚਾ ਕੁਆਲੀਫਾਈ ਕਰਦਾ ਪ੍ਰੀ, ਤੇ ਪ੍ਰੀ ਤੋਂ ਬਾਅਦ ਉਹਦੇ ਫਿਰ ਫਰਦਰ ਅੱਗੇ 9 ਐਗਜ਼ਾਮ ਹੁੰਦੇ ਨੇ। ਉਹ ਜਿਹੜੇ ਇਸ ਤਰੀਕੇ ਦੇ ਨਾਲ ਨੇ ਕਿ ਬੱਚਾ ਜਿਹੜਾ ਵਾ ਉਹਨੂੰ ਇੱਕ ਪੂਰੇ ਦਾ ਪੂਰਾ ਸਿਲੇਬਸ ਪਹਿਲਾਂ ਪ੍ਰੈਪਰੇਸ਼ਨ ਕਰਨ ਤੋਂ ਪਹਿਲਾਂ ਉਹਦੇ ਮਾਈਂਡ ਦੇ ਵਿੱਚ ਹੋਣਾ ਚਾਹੀਦਾ। ਜਿਹਨੂੰ ਅਸੀਂ ਕਹੀਏ ਕਿ ਫੇਲਡ ਹੋਇਆ ਤਾਂ ਵੀ ਪਲਾਨ ਟੂ ਫੇਲ। ਸੋ ਪਲੈਨਿੰਗ, ਤੁਹਾਡੀ ਸਟ੍ਰੈਟਜੀ, ਤੁਸੀਂ ਕੋਈ ਏਰੀਆ ਤੁਸੀਂ ਆਪਣਾ ਵੀਕ ਇਹਦੇ ਵਿੱਚ ਨਹੀਂ ਛੱਡ ਸਕਦੇ ਕਿਉਂਕਿ ਇਹਨੂੰ ਵੈਰੀ ਡਿਫੀਕਲਟ ਕਿ ਤੁਸੀਂ ਇਹਨੂੰ ਕਰੈਕ ਕਰਨਾ ਚਾਹੁੰਦੇ ਜੋ ਤਾਂ ਇਹਨੂੰ ਮਤਲਬ ਕੋਈ ਹਜੇ ਤੱਕ ਇਹਨੂੰ ਮਤਲਬ ਕੈਚ ਨਹੀਂ ਕਰ ਪਾਇਆ ਕਿ UPSC ਦਾ ਪੇਪਰ ਕਿਸ ਤਰੀਕੇ ਦਾ। ਦੈਟ ਇਜ਼ ਓਨਲੀ ਯੂਰ ਹਾਰਡ ਵਰਕ, ਤੁਹਾਡੀ ਡੈਡੀਕੇਸ਼ਨ ਐਂਡ ਦੀ ਵਿਲ ਪਾਵਰ। ਤੁਹਾਨੂੰ ਲਗਾਤਾਰ ਇਹਦੇ ਉੱਪਰ ਫੋਕਸ ਜਿਹੜਾ ਕਰਨਾ ਪਵੇਗਾ ਜੀ। ਤੁਹਾਡੀ ਗੱਲ ਦੇ ਵਿੱਚ ਹੀ ਮੈਂ ਥੋੜ੍ਹਾ ਜਿਹਾ ਹੋਰ ਐਡ ਕਰਨਾ ਚਾਹੁੰਦਾ। ਮੈਂ ਦੇਖਿਆ ਕਿ ਜਿਹੜਾ PCS ਦੇ ਪਿੱਛੇ ਜਿਹੇ ਐਗਜ਼ਾਮਸ ਹੋਏ ਨੇ ਤਾਂ ਕਿਸੇ ਇੱਕ ਐਗਜ਼ਾਮ ਦੇ ਵਿੱਚ ਕੋਈ ਇੱਕ ਆਸਪੈਕਟ ਇੰਨਾ ਜ਼ਿਆਦਾ ਆ ਗਿਆ ਕਿ ਜਿਹੜੇ ਸਟੂਡੈਂਟਸ ਨੇ ਉਹ ਵਾਲਾ ਆਸਪੈਕਟ ਛੱਡਿਆ ਹੋਇਆ ਸੀ, ਮੰਨ ਲਓ ਜਿਨ੍ਹਾਂ ਨੇ ਕਰੰਟ ਅਫੇਅਰਸ ਛੱਡੇ ਹੋਏ ਸੀਗੇ, ਤਾਂ ਉਹ ਪੂਰਾ ਦਾ ਪੂਰਾ ਐਗਜ਼ਾਮ ਹੀ ਕਰੰਟ ਅਫੇਅਰਸ ਦੇ ਉੱਪਰ ਆ ਗਿਆ। ਤਾਂ ਉਹ ਮਤਲਬ ਕਿ ਤੁਹਾਡੀ ਗੱਲ ਜਿਵੇਂ ਤੁਸੀਂ ਕਿਹਾ ਕਿ ਅਫੋਰਡ ਨਹੀਂ ਕਰ ਸਕਦੇ ਕਿ ਤੁਸੀਂ ਕੋਈ ਜਿਹੜਾ ਆਸਪੈਕਟ ਦੇ ਛੱਡ ਦਿਓ। ਅੱਛਾ ਡਾਕਟਰ ਸਾਹਿਬ, ਆਪਾਂ ਜੇਕਰ ਗੱਲ ਕਰੀਏ ਕਿ ਇੰਨਾ ਵਾਸਟ ਸਿਲੇਬਸ ਹੈ ਤਾਂ ਇਸ ਤਿਆਰੀ ਨੂੰ ਆਮ ਤੌਰ 'ਤੇ ਜਿਹੜਾ ਤੁਸੀਂ ਆਪਣੇ ਸਟੂਡੈਂਟਸ ਦੇ ਵਿੱਚ ਦੇਖਦੇ ਹੋ ਜਿਹਨਾਂ ਨੂੰ ਤਿਆਰ ਕਰਵਾਉਣੇ ਹੋ, ਕਿੰਨਾ ਕੁ ਸਮਾਂ ਚਾਹੀਦਾ ਹੁੰਦਾ ਇੱਕ ਬੱਚੇ ਨੂੰ ਤਿਆਰ ਕਰਨ ਦੇ ਲਈ? ਦੇਖੋ ਆਈਡਲੀ ਅਸੀਂ ਗੱਲ ਕਰੀਏ ਬੱਚਾ ਨਾ ਇਹਨੂੰ ਅਸੀਂ ਕਈ ਵਾਰ ਬੋਲਦੇ ਕਿ ਨੋਟ ਦੀ ਉਹਨੂੰ ਸਿੰਸੀਅਰਲੀ ਕਰਨਾ, ਸੀਰੀਅਸ ਨਹੀਂ ਹੋਣਾ। ਸਿੰਸੀਅਰਲੀ ਪਲਾਨ ਕਰੋ। ਤੁਹਾਡੇ ਕੋਲ ਸਾਲ ਜਾਂ 1.5 ਸਾਲ ਬਹੁਤ ਹੈਗਾ ਸਮਾਂ। ਸੋ ਕੋਈ ਇਹ ਵੀ ਨਹੀਂ ਹੈਗਾ ਕਿ ਤੁਸੀਂ ਮਤਲਬ ਬਹੁਤ ਔਖਾ ਵਾ ਜੀ, ਭਾਰ ਢਾਉਣ ਵਾਲੀ ਗੱਲ ਹੈ। ਇਟਸ ਨੋਟ ਲਾਈਕ ਕਿ ਕੋਵਿਡ ਆਇਆ ਕਿ ਤੁਸੀਂ ਨਵਾਂ ਟੀਕਾ ਬਣਾ ਕੇ ਦੇਣਾ ਸਰਕਾਰ ਨੂੰ, ਨਾ ਕੋਈ ਉਹ ਵਾਲਾ ਨਹੀਂ ਹੈਗਾ ਸਿਸਟਮ। ਸਿਲੇਬਸ ਤੁਹਾਡੇ ਕੋਲ ਪਿਆ, ਪ੍ਰੋਪਰ ਉਹਦਾ ਪਲੈਨਿੰਗ ਹੋਈ, 2 ਪੇਪਰ ਹੋਵੇਗਾ, ਸਿਲੇਬਸ ਆ, ਮਟੀਰੀਅਲ ਨੂੰ ਸਿਸਟਮੈਟਿਕਲੀ ਪੜ੍ਹਨਾ। ਬਟ ਪੜ੍ਹਨਾ ਤੁਸੀਂ ਮਤਲਬ ਸਫੀਸ਼ੀਐਂਟਲੀ ਤੁਸੀਂ 6 ਘੰਟੇ ਪੜ੍ਹ ਲਓ, 7 ਘੰਟੇ ਪੜ੍ਹ ਲਓ, ਬਹੁਤ ਹੈ। ਬਟ ਉਹਨੂੰ ਪੜ੍ਹਨਾ ਇੱਕ ਤਰੀਕੇ ਨਾਲ ਆ, ਮਤਲਬ ਉਹਨੂੰ ਤੁਸੀਂ ਜਿਹੜਾ ਕੁਆਂਟਿਟੀ ਐਂਡ ਦੀ ਕੁਆਲਿਟੀ, ਤੁਹਾਨੂੰ ਤੁਸੀਂ ਪੜ੍ਹ ਰਹੇ ਜੋ, ਗੋ ਥਰੂ ਹੋ ਰਹੇ ਜੋ ਸਿਲੇਬਸ ਦੇ, ਤੁਹਾਡੇ ਕਨਸੈਪਟ ਕਲੀਅਰ ਹੋਣ, ਤੁਸੀਂ ਜੋ ਥੀਰੀ ਪੜ੍ਹ ਰਹੇ ਜੋ ਤੁਸੀਂ ਉਹਨੂੰ ਕੋਰਿਲੇਟ ਕਰ ਪਾਓ ਜੋ ਅੱਜ ਹੋ ਰਿਹਾ ਸਾਡੇ ਆਲੇ ਦੁਆਲੇ ਜਿਹੜਾ ਹੋ ਰਿਹਾ। ਠੀਕ ਹੈ ਜੀ, ਕ੍ਰਾਈਸਿਸ ਆਇਆ 2008 ਦਾ ਕ੍ਰਾਈਸਿਸ ਆਇਆ, ਜਾਂ ਉਸ ਤੋਂ ਪਹਿਲਾਂ 1929 ਦਾ ਕ੍ਰਾਈਸਿਸ ਆਇਆ, ਫਾਈਨੈਂਸ਼ੀਅਲ ਕ੍ਰਾਈਸਿਸ, ਜਾਂ WTO ਕੀ ਕੰਮ ਕਰ ਰਹੀ ਆ, ਜਾਂ ਕਿੱਦਾਂ ਅਸੀਂ ਉਹਨੂੰ ਕੋਰਿਲੇਟ। ਸੋ ਥੀਰੀ ਐਂਡ ਦੀ ਪ੍ਰੈਕਟਿਸ ਜੋ ਅਸੀਂ ਪੜ੍ਹ ਰਹੇ ਹਾਂ, ਮਤਲਬ ਸਾਨੂੰ ਚੀਜ਼ਾਂ ਸਮਝ ਆ ਰਹੀਆਂ ਕਿ ਨਹੀਂ ਆ ਰਹੀਆਂ। ਸੋ ਇਹਦਾ ਆਈਡਲੀ ਜੋ ਅਸੀਂ ਮੰਨ ਕੇ ਚੱਲੀਏ ਤਾਂ ਮੈਕਸੀਮਮ ਸਾਲ ਜਾਂ 1.5 ਸਾਲ ਬਹੁਤ ਹੈਗਾ। ਤੁਸੀਂ ਕਰ ਲੋਗੇ, ਬੱਚਾ ਜੇਕਰ ਲੱਗਾ ਵੇ 6 ਘੰਟੇ 7 ਘੰਟੇ ਮਤਲਬ ਲੱਗਾ ਕਰ ਰਿਹਾ। ਅੱਛਾ, ਜਿਹੜੇ ਬੱਚੇ ਤਿਆਰੀ ਕਰਦੇ ਨੇ, ਬਹੁਤ ਸਾਰੇ ਬੱਚੇ ਤਾਂ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਗ੍ਰੈਜੂਏਸ਼ਨ ਦਾ ਐਗਜ਼ਾਮ ਦੇ ਕੇ ਉਸ ਤੋਂ ਬਾਅਦ ਤਿਆਰੀ ਸ਼ੁਰੂ ਕਰਦੇ ਨੇ, ਅਤੇ ਕੁਛ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਥੋੜ੍ਹੇ ਸਿੰਸੀਅਰ ਹੁੰਦੇ ਨੇ ਇਸ ਮਾਮਲੇ। ਉਹਨਾਂ ਨੇ ਪਹਿਲਾਂ ਹੀ ਚੂਜ਼ ਕੀਤਾ ਹੁੰਦਾ ਕਿ ਮੈਂ ਇਸ ਫੀਲਡ ਦੇ ਵਿੱਚ ਜਾਣਾ ਹੈ, ਤਾਂ ਉਹ ਆਪਣਾ ਗ੍ਰੈਜੂਏਸ਼ਨ ਦੇ ਵਿੱਚ ਹੀ ਜਿਹੜਾ ਸ਼ੁਰੂ ਕਰ ਦਿੰਦੇ ਨੇ ਤਿਆਰੀ, ਕਿ ਉਹ ਨਾਲ ਕਲਾਸਾਂ ਆਪਣੀਆਂ ਲਾਉਂਦੇ ਰਹਿੰਦੇ ਆ, ਜੋ ਕਰਦੇ ਕੋਰਸ ਨਾਲ ਹੀ ਪੜ੍ਹਾਈ ਕਰਦੇ ਰਹਿੰਦੇ ਆ। ਅੱਛਾ, ਕੁਝ ਜਿਹੜੇ ਮਾਂ ਬਾਪ ਬੜੇ ਥੋੜ੍ਹੇ ਜਿਹੇ ਜ਼ਿਆਦਾ ਜਿਹੜਾ ਉਹਨੂੰ ਚਿੰਤਾ ਕਹਿ ਲਓ, ਉਹਨੂੰ ਅਵੇਅਰਨੈਸ ਕਹਿ ਲਓ, ਕਿ ਸਕੂਲ ਟਾਈਮ ਤੋਂ ਸ਼ੁਰੂ ਕਰ ਦਿੰਦੇ ਆ। ਤਾਂ ਤੁਹਾਡੇ ਅਨੁਸਾਰ ਆਈਡੀਅਲ ਸਮਾਂ ਕਿਹੜਾ ਹੈ ਕਿ ਜਦੋਂ ਕਿ ਇੱਕ ਵਿਦਿਆਰਥੀ ਨੂੰ ਇਹ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ? ਦੇਖੋ ਤੁਸੀਂ ਮਤਲਬ ਇਹਨੂੰ ਸਟਾਰਟ ਕਰ ਸਕਦੇ ਜੋ 9 ਤੋਂ 10 ਤੋਂ, ਬਟ ਉਹਦਾ ਇੱਕ ਤਰੀਕਾ ਵਾ ਨਾ। ਫੋਰ ਐਗਜ਼ਾਮਪਲ ਬੱਚੇ ਨੂੰ ਤੁਸੀਂ ਉਸ ਸਾਈਡ 'ਤੇ ਕਰਨਾ ਚਾਹੁੰਦੇ ਜੋ, ਜਾਂ ਉਹਦਾ ਇੰਟਰਸਟ ਦੇਖੋ ਪਹਿਲਾਂ ਤਾਂ ਬੱਚੇ ਦਾ ਇੰਟਰਸਟ। ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਨਿਊਜ਼ਪੇਪਰ ਆ ਰਹੇ ਨੇ, ਜਾਂ ਅਸੀਂ ਹਿੰਦੂ ਨਿਊਜ਼ਪੇਪਰ ਰਿਕਮੈਂਡ ਕਰਦੇ ਜੇਕਰ ਤੁਸੀਂ ਬੱਚੇ ਨੂੰ ਕਰਨਾ, ਤਾਂ ਹਿੰਦੂ ਦਾ ਇੱਕ ਨਾ ਵੀਕਲੀ ਹਫ਼ਤੇ ਦੇ ਵਿੱਚ ਇੱਕ ਪੇਪਰ ਆਉਂਦਾ ਜਿਹੜਾ ਸਿਰਫ ਬੱਚਿਆਂ ਲਈ ਹੁੰਦਾ। ਉਹਦੇ 25 ਪੇਜ ਹੁੰਦੇ ਨੇ, ਕਮਾਲ ਦੀ ਕੰਸੈਪਟ ਹੈ ਉਹਦੇ ਵਿੱਚ, ਤੁਹਾਨੂੰ ਜਿਓਗ੍ਰਾਫੀ, ਮੈਥ, ਸਾਇੰਸ ਸਾਰਾ ਕੁਛ ਦੱਸਦਾ। ਸੋ ਤੁਸੀਂ ਸਿਸਟਮੈਟਿਕਲੀ ਹੌਲੀ ਹੌਲੀ ਬੱਚੇ ਨੂੰ ਇੱਕ ਚੇਟਕ ਲਗਾ ਸਕਦੇ ਜੋ ਅਖਬਾਰ ਵਾਲੇ 9ਵੀਂ 10ਵੀਂ, ਕਿਉਂਕਿ 10ਵੀਂ ਤੱਕ ਦਾ ਤਾਂ ਆਲ ਓਵਰ ਤੁਹਾਨੂੰ ਜਿਹੜਾ ਸਿਲੇਬਸ ਹੋਣਾ ਚਾਹੀਦਾ NCERT ਦੀਆਂ ਕਿਤਾਬਾਂ। ਉਸ ਤੋਂ ਬਾਅਦ ਤੁਹਾਡਾ ਗੇਅਰ ਹੌਲੀ ਹੌਲੀ ਸ਼ਿਫਟ ਹੋ ਸਕਦਾ, +1 2 ਆ, ਐਂਡ ਗ੍ਰੈਜੂਏਸ਼ਨ ਦੇ ਫੁੱਲ ਫਲੈਜ ਸਪੀਡ ਨਾਲ ਤੁਸੀਂ ਕੰਮ ਕਰ ਸਕਦੇ। ਬਟ ਨੋਟ ਟਾਈਪ ਏ, ਉਹਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਬੱਚੇ ਨੂੰ। ਹੌਲੀ ਹੌਲੀ ਤੁਸੀਂ ਬੱਚੇ ਨੂੰ ਉਸ ਟਰੈਕ 'ਤੇ ਲਿਆ ਸਕਦੇ ਜੋ 8th ਕਲਾਸ ਤੋਂ 9th 10th 11th 12th ਤੋਂ ਲੈ ਕੇ, ਅਤੇ ਗ੍ਰੈਜੂਏਸ਼ਨ ਦੇ ਦੌਰਾਨ ਬੱਚਾ ਹੌਲੀ ਹੌਲੀ ਉਹਨੂੰ ਉਹਦਾ ਜਦੋਂ ਟਾਈਮਲੀ ਉਹ ਕਰੈਕ ਕਰ ਪਾਵੇਗਾ, ਈਜ਼ੀ ਹੋ ਜਾਏਗਾ ਉਹਦੀ ਚੀਜ਼ਾਂ, ਉਹ ਜਾਣ ਪਛਾਣ ਹੋਣੀ ਸਟਾਰਟ ਹੋ ਜਾਏਗੀ ਉਹਦੀ। ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜਿੰਨੀ ਛੇਤੀ ਇਹਦੀ ਤਿਆਰੀ ਸ਼ੁਰੂ ਕੀਤੀ ਜਾਵੇ ਉਨਾ ਵਧੀਆ ਹੈ। ਜੀ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਕਿ ਜਿਹੜਾ ਇਹਦਾ ਐਲੀਜੀਬਿਲਿਟੀ ਹੁੰਦੀ ਹੈ, ਤਾਂ ਕੀ ਗ੍ਰੈਜੂਏਸ਼ਨ ਦੇ ਵਿੱਚ ਵੀ ਖਾਸ ਤਰ੍ਹਾਂ ਦੇ ਵਿਸ਼ੇ ਪੜ੍ਹੇ ਹੋਣੇ ਚਾਹੀਦੇ ਹੈ ਇਸ ਐਗਜ਼ਾਮ ਦੇ ਵਿੱਚ ਬੈਠਣ ਦੇ ਲਈ?
ਨਹੀਂ, ਇਹਦੇ ਵਿੱਚ ਇਹ ਜੋ ਹੈਗਾ ਜੀ, ਜੋ ਸਾਡਾ ਇਹਦੇ 'ਚ ਐਲੀਜੀਬਿਲਿਟੀ ਹੈ, ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਇਨ ਐਨੀ ਸਟਰੀਮ। ਜੀ। ਸੋ ਗ੍ਰੈਜੂਏਸ਼ਨ ਆਈ ਥਿੰਕ ਬੱਚਾ 21 ਸਾਲ ਤੱਕ ਕਰ ਲੈਂਦਾ, 21 ਸਾਲ ਤੋਂ ਲੈ ਕੇ 32 ਸਾਲ ਤੱਕ ਐਲੀਜੀਬਿਲਿਟੀ ਹੈਗੀ ਆ। ਉਹਦੇ ਵਿੱਚ ਫਿਰ ਜੋ ਸਾਡੀ ਹੈਗੀ ਆ ਕੁਛ ਜਿਹੜਾ ਰਿਜ਼ਰਵੇਸ਼ਨ ਆ ਜੀ, ਇਹ ਹੈਗੀ ਆ ਇੰਨੇ ਜਿਹੜੇ ਤੁਹਾਡੇ ਚਾਂਸਿਸ ਨੇ, ਜਨਰਲ ਕੈਟੇਗਰੀ ਦੇ 6 ਚਾਂਸਿਸ ਨੇ, OBC ਦੇ ਆਈ ਥਿੰਕ 9 ਨੇ, ਐਂਡ SC ਐਂਡ ST ਦੇ ਲਈ ਜਿਹੜੇ ਨੇ ਉਹ 32 ਸਾਲ ਤੱਕ ਅਨਲਿਮਿਟਿਡ ਹੈਗੇ ਨੇ। ਉਸ ਤੋਂ ਬਾਅਦ ਕੁਝ ਏਜ ਜਿਹੜੀ ਰਿਲੈਕਸੇਸ਼ਨ ਹੈਗੀ ਆ ਕੈਟੇਗਰੀ ਵਾਈਜ਼ ਜਿਹੜੀ ਹੈਗੀ ਆ, ਇਸ ਤਰੀਕੇ ਦੇ ਨਾਲ ਜੀ। ਜਿਹੜੇ ਗ੍ਰੈਜੂਏਸ਼ਨ ਦੇ ਵਿੱਚ ਮਤਲਬ ਕੋਈ ਵੀ ਵਿਸ਼ੇ 'ਤੇ ਕੀਤੀ ਹੋਵੇ ਤੁਸੀਂ, ਜੇਕਰ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ, ਕਈ ਮੈਡੀਕਲ ਦੇ ਬੱਚੇ ਵੀ ਮੈਂ ਦੇਖਦਾ ਕਿ ਅੱਜ ਕੱਲ੍ਹ ਬੜੇ ਐਗਜ਼ਾਮ ਕਲੀਅਰ ਕਰਦੇ ਨੇ ਇਹ ਵਾਲਾ, ਅਤੇ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਵੇ ਅਤੇ ਕੋਈ ਮਿਨੀਮਮ ਮਾਰਕਸ ਵੀ ਹੋਣੇ ਚਾਹੀਦੇ ਨੇ ਉਹਦੇ ਵਿੱਚ। 45% 45% ਜਿਹੜੇ 45% ਤੁਹਾਡੇ ਹੋਣੇ ਚਾਹੀਦੇ ਨੇ, 50%। ਬਟ ਅੱਜ ਕੱਲ੍ਹ ਤਾਂ ਬੱਚੇ ਬਹੁਤ ਜ਼ਿਆਦਾ ਲੈ ਕੇ ਜਾ ਰਹੇ ਨੇ, 100% ਲੈ ਕੇ ਜਾ ਰਹੇ ਨੇ ਬੱਚੇ। ਠੀਕ ਹੈ। ਅਤੇ ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜਾ ਗ੍ਰੈਜੂਏਸ਼ਨ ਦਾ ਐਗਜ਼ਾਮ ਬੱਚਾ ਦਿੰਦਾ ਹੈ, BA ਕਰਦਾ, MA ਕਰਦਾ, ਜਾਂ ਹੋਰ ਆਪਣੇ ਜਿਹੜੇ ਐਗਜ਼ਾਮ ਜਿਹੜਾ ਉਹ ਪੜ੍ਹਾਈ ਕਰ ਰਿਹਾ ਹੁੰਦਾ ਉਹਦੇ ਦਿੰਦਾ, ਤਾਂ ਸਿਵਲ ਸਰਵਿਸ ਦਾ ਜਿਹੜਾ ਐਗਜ਼ਾਮ ਹੈ ਉਹ ਕਿਵੇਂ ਵੱਖਰਾ ਹੈ ਉਹ ਦੂਜੇ ਐਗਜ਼ਾਮਸ ਨਾਲੋਂ? ਦੇਖੋ, ਜਦੋਂ ਅਸੀਂ ਬੱਚਿਆਂ ਦੀ ਪ੍ਰੈਪਰੇਸ਼ਨ ਕਰਦੇ ਹਾਂ, ਅਸੀਂ MA ਦੇ ਬੱਚਿਆਂ ਦੇ ਪੇਪਰ ਲੈਣ, ਤਾਂ ਅਸੀਂ ਨੋਰਮਲੀ ਬੱਚਿਆਂ ਨੂੰ ਨਾ ਪੇਪਰ ਹੋ ਰਹੇ ਤਾਂ ਇੰਨਾ ਹੀ ਬੋਲਦੇ ਹਾਂ ਬਈ ਨਾ ਜੋ ਤੁਹਾਨੂੰ ਪੁੱਛਿਆ ਗਿਆ ਉਹ ਦੱਸਿਓ, ਜੋ ਤੁਹਾਨੂੰ ਆਉਂਦਾ ਉਹਨਾਂ ਦੱਸਿਓ। ਠੀਕ ਹੈ। ਸੋ ਸਾਡੇ ਕੀ ਹੈਗਾ ਜੀ ਇੱਥੇ, ਜੋ ਅਸੀਂ ਆਈ ਡੋਂਟ ਨੋ ਕਿ ਐਕਸੈਪਸ਼ਨ ਇਜ਼ ਆਲਵੇਜ਼ ਦੇਅਰ, ਕੁਝ ਬੱਚੇ ਬਹੁਤ ਵਧੀਆ ਨੇ, ਬਹੁਤ ਮਿਹਨਤ ਕਰਦੇ ਨੇ, ਬਟ ਸਾਡੇ ਕੀ ਹੈਗਾ ਜੀ ਨਾ ਪੇਪਰ ਭਰ ਜਿਓ ਸਾਰਾ, ਮਾਰਕਸ ਮਿਲ ਜਾਣੇ। ਸੋ ਅਸੀਂ ਇੱਥੇ ਦੇਖੋ ਕਿ ਜੋ ਅਸੀਂ ਜਿਹੜੇ ਆ +2 ਤੱਕ ਦੇਖਦੇ ਤੇ ਬੱਚਿਆਂ ਦੇ 100% ਨੰਬਰ ਵੀ ਆ ਰਹੇ ਆ ਜੀ। ਠੀਕ ਹੈ। ਗ੍ਰੈਜੂਏਸ਼ਨ 'ਚ 90% ਵੀ ਆ ਰਹੇ ਹਨ। ਉੱਥੇ ਜਾ ਕੇ ਕੀ ਹੋ ਜਾਂਦਾ, UPSC ਜਿਹਦੇ 50% ਆਉਂਦੇ ਉਹ DC ਲੱਗ ਜਾਂਦਾ ਜੀ। ਸੋ ਉੱਥੇ ਜਿਹੜੀ ਚੀਜ਼ ਹੈਗੀ ਆ ਤੁਹਾਡੀ ਜਿਹੜੀ ਹੈ ਦਾ ਵੇ ਆਫ ਪ੍ਰੈਜੈਂਟੇਸ਼ਨ, ਤੁਹਾਡੀ ਫੈਕਚੁਅਲ ਜਿਹੜੀ ਆ ਤੁਹਾਡੀ ਡੈਫੀਨੇਸ਼ਨ, ਕਿਸੇ ਵੀ ਤੁਸੀਂ ਉਸ ਪੇਪਰ ਨੂੰ ਇਸ ਨਾਲ ਕੰਪੇਅਰ। ਹਾਂ ਦੇਖੋ ਜੀ, ਜੋ MA ਕਰ ਰਿਹਾ ਬੱਚਾ, BA ਕਰ ਰਿਹਾ, ਐਲੀਜੀਬਿਲਿਟੀ ਜਾਂ ਕੁਆਲੀਫਿਕੇਸ਼ਨ ਉਹਦੀ BA ਹੀ ਹੈਗੀ ਆ, ਬਟ ਤੁਸੀਂ ਉਹ ਅਟੈਂਪਟ ਕਿੱਦਾਂ ਕਰਨਾ ਉਹਦੇ 'ਚ ਅਸੀਂ ਦੇ ਜੋ ਕਰ ਦਿੱਤਾ, ਬਟ ਉੱਥੇ ਅਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ। ਤੁਹਾਡਾ ਇੱਕ ਪ੍ਰੋਪਰ ਸਟਾਈਲ ਹੋਣਾ ਚਾਹੀਦਾ, ਇਹਦੇ ਡੈਫੀਨੇਸ਼ਨ, ਉਹਦੀ ਕੰਸੈਪਟ, ਇਹਦੇ ਪ੍ਰੋ ਐਂਡ ਕੌਨਸ, ਉਹਦਾ ਜਿੱਦਾਂ ਇੱਕ ਬਾਡੀ ਆ, ਪੂਰੀ ਇਨਸਾਨ ਦੀ ਬਾਡੀ ਆ, ਸਿਰ ਤੋਂ ਲੈ ਕੇ ਪੈਰਾਂ ਤੱਕ। ਇੱਦਾਂ ਜਦੋਂ ਅਸੀਂ ਕੁਐਸਚਨ ਅਟੈਂਪਟ ਕਰਦੇ ਹਾਂ ਅਤੇ ਉਹਦੇ ਡਿਫਰੈਂਟ ਤਰ੍ਹਾਂ ਦੇ ਪਾਰਟ ਨੇ, ਡੈਫੀਨੇਸ਼ਨ ਹੈ, ਉਹਦੀ ਇੰਟਰੋਡਕਸ਼ਨ ਆ, ਉਹਦਾ ਐਨਾਲਿਸਿਸ ਹੈਗਾ, ਉਹਦਾ ਕਨਕਲੂਜ਼ਨ ਹੈਗਾ ਵਾ। ਦੈਨ ਉਸ ਤੋਂ ਬਾਅਦ ਤੁਸੀਂ ਉਹਨੂੰ ਜ਼ਿਆਦਾ ਅਸਰਦਾਰ ਬਣਾਉਣ ਦੇ ਲਈ ਫੈਕਟਸ ਆ, ਰੀਸੈਂਟ ਰਿਪੋਰਟਸ ਨੇ, SIPRI ਦੀਆਂ ਰਿਪੋਰਟਸ ਨੇ, WT ਦੀਆਂ ਰਿਪੋਰਟਸ ਨੇ, IMF ਵਰਲਡ ਬੈਂਕ ਦੀਆਂ ਰਿਪੋਰਟਸ ਨੇ, ਤੁਸੀਂ ਉਹਨੂੰ ਕਰਕੇ। ਸੋ ਉਹ ਅਸੀਂ ਇਹ ਰਿਕਮੈਂਡ ਕਰਦੇ ਕਿ ਬੱਚਾ ਜਿਹੜਾ BA ਦਾ ਜਾਂ MA ਦਾ ਪੇਪਰ ਦੇ ਰਿਹਾ ਉਹ ਵੀ ਇਸ ਸਪਿਰਿਟ ਦੇ ਨਾਲ ਦੇਵੇ, ਸਿੰਸੀਅਰਲੀ ਹੋ ਕੇ ਦੇਵੇ ਪੇਪਰ। ਉਹ ਕੁਐਸਚਨ ਨੂੰ ਸਮਝੇ ਪਹਿਲਾਂ ਕਿ ਮੈਨੂੰ ਪੁੱਛਿਆ ਕੀ ਗਿਆ। ਕਈ ਵਾਰਾਂ ਕੁਐਸਚਨ ਆ ਜੀ ਉਹਨੂੰ 2 ਜਾਂ 3 ਪਾਰਟ 'ਚ ਡਿਵਾਈਡ ਕੀਤਾ ਹੁੰਦਾ ਨਾ ਜੀ, ਇਹਦੇ ਬਾਰੇ ਜਾਣਕਾਰੀ ਦੇਵੇ, ਸਪੈਸ਼ਲ ਫੋਕਸ ਅਪੋਨ। ਉਹ ਕਈ ਸਾਨੂੰ ਹੁੰਦਾ ਜੀ ਪਹਿਲਾ ਪਾਰਟ ਅਸੀਂ ਲਿਖ ਜਾਂਦੇ ਹਾਂ, ਇਹਦਾ ਮਤਲਬ ਅਸੀਂ ਅੱਧਾ ਸਵਾਲ ਤੇ ਕੀਤਾ ਹੀ ਨਹੀਂ ਹੈਗਾ। ਉਹ ਸਵਾਲ ਨੂੰ ਸਮਝੋ 2 ਪਾਰਟ 'ਚ ਡਿਵਾਈਡ ਕੀਤਾ, 3 ਦੇ 'ਚ ਕੀਤਾ। ਐਗਜ਼ਾਮੀਨਰ ਕੀ ਡਿਮਾਂਡ ਕਰ ਰਿਹਾ ਤੁਹਾਨੂੰ, ਇਹਦੇ ਅਕੋਰਡਿੰਗ ਜਿਹੜਾ ਮਤਲਬ ਸਾਨੂੰ ਕਰਨਾ। ਤੇ ਮੈਂ ਖੁਦ ਵਿਦਿਆਰਥੀ ਜੀਵਨ ਦੇ ਵਿੱਚ ਲੰਘਿਆ, ਤਾਂ ਅਸੀਂ ਦੇਖਦੇ ਹਾਂ ਕਿ ਜਦੋਂ BA ਦੇ MA ਦੇ ਐਗਜ਼ਾਮ ਹੁੰਦੇ, ਕਈ ਬੱਚੇ ਤਾਂ ਪੇਪਰਾਂ ਦੇ ਵਿੱਚ ਹੀ ਪੜ੍ਹਦੇ ਆ ਜੀ, ਤੇ ਉਹ ਇਸੇ ਸਪਿਰਿਟ ਦੇ ਨਾਲ ਜਿਹੜਾ ਸਿਵਲ ਸਰਵਿਸ ਐਗਜ਼ਾਮ ਦੇਣ ਜਾਂਦੇ ਆ, ਫਿਰ ਉੱਥੇ ਜਾ ਕੇ ਅੱਖਾਂ ਖੁੱਲਦੀਆਂ ਕਿ ਇੱਥੇ ਤਾਂ ਕੁਝ ਵੀ ਹੱਥ ਨਹੀਂ ਆ ਰਿਹਾ ਹੈਗਾ ਜਦੋਂ ਐਗਜ਼ਾਮ 'ਚ। ਮੈਂ ਇੱਥੇ ਤੁਹਾਡੀ ਐਡ ਕਰਾਂ, ਬੱਚਿਆਂ ਨੂੰ ਪੁੱਛਦੇ ਆ ਜੀ, ਮੰਨ ਲਓ ਜੀ ਕਈ ਵਾਰ ਪੁੱਛਦਾ ਬੱਚਿਆਂ ਨੂੰ ਕਲਾਸ, ਜਿਵੇਂ ਤੁਸੀਂ ਰੋਜ਼ ਕਿੰਨਾ ਪੜ੍ਹਦੇ ਜੋ ਜੀ, ਜਦੋਂ ਪੁੱਛੀਦਾ ਜੀ ਹੱਥ ਖੜਾ ਕਰੋ, ਰੋਜ਼ 1 ਘੰਟਾ ਕੌਣ ਪੜ੍ਹਦਾ, ਤੇ ਕੋਈ ਇੱਕਾ ਦੁੱਕਾ ਹੱਥ ਖੜਾ ਕਰਦਾ। ਹੁਣ ਮੰਨ ਕੇ ਚੱਲੋ ਇਮਤਿਹਾਨ ਜਿਹੜਾ 1 ਘੰਟਾ ਪੜ੍ਹ ਰਿਹਾ ਬੱਚਾ, ਤੇ ਉਹ ਮਹੀਨੇ ਦੇ 4 ਐਤਵਾਰ ਨਿਕਲ ਕੇ ਨਹੀਂ ਪੜ੍ਹਿਆ, 24 ਘੰਟੇ 26 ਘੰਟੇ ਹੋਏ, ਤੇ 1 ਮਹੀਨੇ 'ਚੋਂ ਜਿਹੜਾ 24 ਘੰਟੇ ਪੜ੍ਹਿਆ, ਮਹੀਨੇ 'ਚ 1 ਦਿਨ ਪੜ੍ਹਿਆ। ਠੀਕ ਆ। 1 ਸਾਲ ਦੀ ਡਿਗਰੀ 12 ਦਿਨ ਪੜ੍ਹਿਆ, 2 ਸਾਲ 24, 3 ਸਾਲ 36 ਦਿਨ। ਮਤਲਬ ਹੁਣ ਤੁਸੀਂ ਜਿਹੜੇ BA ਬੱਚੇ ਨੇ, BCom ਸਿਰਫ 36 ਦਿਨ ਪੜ੍ਹ ਕੇ ਕੀਤੀ ਆ, ਉਹ ਕੀ ਆਸ ਕਰਦਾ ਕਿ ਮੈਂ ਡਿਪਟੀ ਕਮਿਸ਼ਨਰ ਲੱਗ ਜਾਵਾਂਗਾ ਜਾਂ ਮੈਂ SSP ਲੱਗ ਜਾਵਾਂਗਾ ਜੀ। ਸੋ ਇਹਦਾ ਇੱਕ ਡਿਫਰੈਂਟ ਤਰ੍ਹਾਂ ਦੀ ਤਿਆਰੀ ਹੈਗੀ, ਤੁਹਾਨੂੰ 6 to 7 ਆਰ ਵਿਦ ਸਿੰਸੀਅਰਲੀ ਹਾਰਡ ਵਰਕ, ਕੰਸੈਪਟ ਤੁਹਾਡੇ ਕਲੀਅਰ ਹੋਣ ਜੀ। ਤੁਸੀਂ 6 ਤੋਂ 7 ਘੰਟੇ ਕਿਹਾ। ਆਮ ਤੌਰ 'ਤੇ ਜਿਹੜਾ ਸਿਵਲ ਸਰਵਿਸ ਐਗਜ਼ਾਮ ਦੇ ਜਿਹੜੇ ਨਾ ਟਾਪਰਸ ਨੇ, ਉਹਨਾਂ ਦੀ ਇੰਟਰਵਿਊਜ਼ ਪੜ੍ਹਦੇ ਹਾਂ, ਜਿਹੜੇ ਬੱਚੇ ਤਿਆਰੀ ਕਰ ਰਹੇ ਹੁੰਦੇ ਆ, ਉਹਨਾਂ ਬਾਰੇ ਜਾਣਦੇ ਹਾਂ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੜੀਆਂ ਚੀਜ਼ਾਂ ਉਪਲਬਧ ਨੇ, ਤਾਂ ਕੁਛ ਚੀਜ਼ਾਂ ਨੇ ਜਿਹੜੀਆਂ ਕਿ ਆਮ ਤੌਰ 'ਤੇ ਕਹੀਆਂ ਜਾਂਦੀਆਂ ਨੇ। ਨੰਬਰ 1 NCERT ਪੜ੍ਹਨਾ ਜ਼ਰੂਰੀ ਕਿਹਾ ਜਾਂਦਾ, ਅਖਬਾਰ ਰੋਜ਼ ਪੜ੍ਹਨਾ ਜ਼ਰੂਰੀ ਕਿਹਾ ਜਾਂਦਾ, 1 ਘੰਟੇ ਕਿਹਾ ਜਾਂਦਾ ਕਿ ਤੁਹਾਨੂੰ 10, 12, ਕਈ ਤਾਂ 18 ਘੰਟੇ ਤੱਕ ਦੀ ਗੱਲ ਕਰਦੇ ਆ। ਤੁਹਾਨੂੰ ਕੀ ਲੱਗਦਾ ਮਤਲਬ ਕਿ ਕਿੰਨਾ ਕੁ ਸਹੀ ਹੈ, ਕਿ ਜਾਂ ਬੱਚੇ ਦੇ ਅਨੁਸਾਰ ਹੁੰਦਾ ਵੀ ਕਿਹੜਾ ਬੱਚਾ ਕਿੰਨੀ ਦੇਰ ਪੜ੍ਹੇ? ਇਹ ਵੀ ਹੈ, ਬਟ ਮੈਨੂੰ ਤਾਂ 7 ਘੰਟੇ 8 ਘੰਟੇ ਉਹਦੇ 'ਚ ਤੁਸੀਂ ਐਡ ਔਨ ਕਰੋ ਨਾ, ਆਪਣਾ ਸੁਬਾਹ ਉੱਠ ਕੇ ਐਕਸਰਸਾਈਜ਼ ਕਰਨੀ ਆ 1 ਆਰ, ਉਹ ਵੀ ਰੱਖਣਾ, ਆਪਣਾ ਫਿਜ਼ੀਕਲੀ ਮੈਂਟਲੀ ਵੀ ਆਪਣੇ ਆਪ ਨੂੰ ਸਟਰੋਂਗ ਰੱਖਣਾ ਕਰਨਾ। ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਵਾ ਮਤਲਬ 7-8 ਘੰਟੇ
ਬਹੁਤ ਆ ਬੱਚਾ ਜੇਕਰ ਕਰ ਰਿਹਾ ਸਿੰਸੀਅਰਲੀ ਐਫਰਟ ਤਾਂ ਹੋ ਜਾਂਦਾ ਐਡਾ ਕੋਈ। ਹਾਂ ਇਹ ਹੈਗਾ ਵੈਰੀ ਕਰਦਾ ਸਟੂਡੈਂਟ ਟੂ ਸਟੂਡੈਂਟ, ਕਈ ਹੈਗੇ ਨੇ 7-8 ਘੰਟੇ ਪੜ੍ਹ ਕੇ ਵੀ ਕਰ ਜਾਂਦੇ ਨੇ, ਕਈ ਇੱਦਾਂ ਦੀਆਂ ਐਗਜ਼ਾਮਪਲਸ ਨੇ ਜਿਹੜੇ 10-10 ਘੰਟੇ 12-12 ਘੰਟੇ ਵੀ ਪੜ੍ਹਦੇ ਨੇ। ਸੋ ਬਟ ਆਈਡਲੀ ਅਸੀਂ ਕਹੀਏ ਕਿ ਨਾਲ ਦੇ ਨਾਲ ਤੁਸੀਂ ਬਾਕੀ ਆਪਣੀ ਮਤਲਬ ਹੈਲਥ ਜਾਂ ਤੁਸੀਂ ਕੁਛ ਉਸ ਚੀਜ਼ ਦੇ ਉੱਪਰ ਹੀ ਫੋਕਸ ਕਰਨਾ ਨਾ। ਨਿਊਜ਼ਪੇਪਰ ਦੇ ਬਾਰੇ ਤੁਸੀਂ ਗੱਲ ਕੀਤੀ ਤਾਂ ਨਿਊਜ਼ਪੇਪਰ ਨੂੰ ਸਾਨੂੰ ਪੜ੍ਹਨਾ ਪੈਣਾ ਰਿਲੀਜੀਅਸਲੀ। ਜੀ ਠੀਕ ਹੈ। ਨਿਊਜ਼ਪੇਪਰ ਦੇ ਵਿੱਚ ਅਪਰੋਕਸੀਮੇਟਲੀ ਤੁਹਾਡਾ 40% 50% ਸਿਲੇਬਸ ਤੁਹਾਡੀ ਇਕੱਲੀ ਨਿਊਜ਼ਪੇਪਰ ਕਵਰ ਕਰ ਰਹੀ ਹੈ। ਪ੍ਰੀ ਦਾ ਕਵਰ ਕਰ ਰਹੀ ਹੈ, ਐਸਏ ਕਵਰ ਕਰ ਰਹੀ ਆ, ਤੁਹਾਡੀ GS ਦੇ 4 ਪੇਪਰ ਨੇ ਉਹ ਕਵਰ ਕਰ ਰਹੀ ਆ। ਐਂਡ ਉਸ ਤੋਂ ਇਲਾਵਾ ਜਿਹੜੇ ਬੱਚੇ ਪੋਲੀਟੀਕਲ ਸਾਇੰਸ ਲੈਂਦੇ ਨੇ, ਸੋਸ਼ੋਲੋਜੀ ਲੈਂਦੇ ਨੇ, ਪਬਲਿਕ ਐਡਮਿਨਿਸਟ੍ਰੇਸ਼ਨ ਲੈਂਦੇ, ਉਹ ਤਾਂ ਸਾਰੇ ਬਿਨਾਂ ਵਰੀ ਜਿਹੜਾ ਡਾਇਨਾਮਿਕ ਸਬਜੈਕਟ ਸੀ ਉਹ ਤੋਂ ਬਿਨਾਂ ਤੁਸੀਂ ਨਿਊਜ਼ਪੇਪਰ ਤੋਂ ਬਿਨਾਂ ਚੱਲ ਹੀ ਨਹੀਂ ਸਕੋਗੇ। ਉਹਨੂੰ ਪੜ੍ਹਨਾ ਕਿੱਦਾਂ ਵਾ, ਉਹਦੇ ਕਿਹੜੇ ਪੇਜ ਪੜ੍ਹਨੇ ਨੇ, ਉਹਦੇ ਬਿਜ਼ਨਸ ਵਾਲੇ ਪੇਜ ਪੜ੍ਹਨਾ, ਸਪੋਰਟਸ ਵਾਲਾ ਪੇਜ ਪੜ੍ਹਨਾ ਵਾ, ਉਹਦਾ ਐਡੀਟੋਰੀਅਲ ਪੇਜ ਪੜ੍ਹਨਾ ਵਾ। ਅੱਜ ਕੱਲ੍ਹ ਤਾਂ ਨਿਊਜ਼ਪੇਪਰ ਬਹੁਤ ਵਧੀਆ ਚੀਜ਼ਾਂ ਦੇ ਰਹੀਆਂ ਨੇ, ਕੁਐਸਚਨ ਹੈ ਜਾਂ ਕੋਈ ਰੀਸੈਂਟ ਜਿਹੜੀ ਹੈਪਨਿੰਗ ਹੁੰਦੀ ਉਹਦੇ ਉੱਪਰ ਟਾਈਪ ਕੁਐਸਚਨ ਬਣਾ ਕੇ ਦੱਸਦੇ ਨੇ। ਸੋ NCERT ਦੀਆਂ ਕਿਤਾਬਾਂ ਹੈਗੀਆਂ ਨੇ 6 ਤੋਂ ਲੈ ਕੇ 12 ਤੱਕ ਤੁਸੀਂ ਪੜ੍ਹ ਸਕਦੇ ਜੋ, ਕਰ ਸਕਦੇ ਜੋ। ਉਹ ਤੁਹਾਡੇ ਨਾਲ ਇੱਕ ਬੇਸ ਬਣਾ ਦਿੰਦਾ ਤੁਹਾਡਾ ਸਾਰਾ ਸਬਜੈਕਟ ਜਿਹੜਾ ਉਹ ਜ਼ਰੂਰੀ ਨੇ ਜੀ ਕਰਨੀ। ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਕੋਚਿੰਗ ਦਾ ਅੱਜ ਕੱਲ੍ਹ ਬੜਾ ਰੁਝਾਨ ਚੱਲਿਆ ਹੈ, ਤਾਂ ਕੋਚਿੰਗ ਕਿੰਨੀ ਕੁ ਜ਼ਰੂਰੀ ਹੈ? ਕੀ ਕੋਚਿੰਗ ਤੋਂ ਬਿਨਾਂ ਵੀ ਕਲੀਅਰ ਕੀਤਾ ਜਾ ਸਕਦਾ ਐਗਜ਼ਾਮ? ਦੇਖੋ ਕੋਚਿੰਗ ਤਾਂ ਇਹ ਤਾਂ ਇੱਕ ਬਿਜ਼ਨਸ ਆ ਨਾ ਜੀ। ਇਸ ਤੋਂ ਪਹਿਲਾਂ ਅਸੀਂ ਮੰਨ ਕੇ ਚੱਲਦੇ ਸੀ ਜੀ ਪਿੱਛੇ ਕੋਚਿੰਗ ਜਿਹੜੇ ਇੱਕ ਜਿਹੜਾ ਵੀਕਰ ਆ ਬੱਚੇ ਉਹਨਾਂ ਦੇ ਲਈ ਹੁੰਦੀ ਸੀ। ਬਹੁਤ ਸਾਰੀਆਂ ਬੱਚੇ ਨੇ ਜਿਹੜੇ ਕੁਆਲੀਫਾਈ ਕਰਦੇ ਨੇ ਜਾਂ ਸਿਲੈਕਟ ਹੁੰਦੇ ਨੇ ਉਹ ਬਿਨਾਂ ਕੋਚਿੰਗ ਤੋਂ ਹੁੰਦੇ ਨੇ, ਬਟ ਉਹਨਾਂ ਦੀ ਕਦੀ ਐਡਵਰਟਾਈਜ਼ ਹੁੰਦੀ ਨਹੀਂ ਬਿਕੋਜ਼ ਉਹਨਾਂ ਕੋਲ ਇੰਨੇ ਪੈਸੇ ਨਹੀਂ ਹੈਗੇ ਐਡਵਰਟਾਈਜ਼ਮੈਂਟ ਕਰਨ ਦੇ ਲਈ। ਸੋ ਕੋਈ ਇਹ ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਜੀ, ਕੋਈ ਇਹ ਭਾਅ ਢਾਉਣ ਵਾਲਾ ਕੰਮ ਨਹੀਂ ਹੈਗਾ, ਕੋਵਿਡ ਦਾ ਟੀਕਾ ਬਣਾਉਣ ਵਾਲਾ ਕੰਮ ਨਹੀਂ ਹੈਗਾ। ਤੁਸੀਂ ਚੀਜ਼ ਨਵੀਂ ਕੱਢ ਕੇ ਨਹੀਂ ਦੇਣੀ, ਕਿਤਾਬਾਂ ਪਈਆਂ ਨੇ, ਸਿਲੇਬਸ ਪਿਆ, ਬਸ ਪਲਾਨ ਕਰੋ ਸਿਸਟੇਮੈਟਿਕਲੀ ਅਪਰੋਚ ਤੁਹਾਡੀ ਸੀ, ਤੁਸੀਂ ਬਿਨਾਂ ਕੋਚਿੰਗ ਤੋਂ ਵੀ ਕਰ ਸਕਦੇ ਜੋ। ਜੀ ਠੀਕ ਹੈ, ਪਰ ਜੇਕਰ ਮੰਨ ਲਓ ਕੋਈ ਬੱਚਾ ਕੋਚਿੰਗ ਲੈਣਾ ਚਾਹੁੰਦਾ, ਜਿਵੇਂ ਕਿ ਤੁਹਾਡਾ ਯੂਨੀਵਰਸਿਟੀ ਦਾ ਜਿਹੜਾ ਆਲ ਇੰਡੀਆ ਸਰਵਿਸਿਜ਼ ਸੈਂਟਰ ਫਾਰ ਕੰਪੀਟੀਟਿਵ ਐਗਜ਼ਾਮਸ ਜਿਹੜਾ ਕਿ ਬੱਚਿਆਂ ਦੀ ਤਿਆਰੀ ਕਰਵਾਉਂਦਾ, ਤਾਂ ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਜਿਹੜੇ ਕਿ ਯੂਨੀਵਰਸਿਟੀਆਂ ਵੱਲੋਂ ਜਾਂ ਸਰਕਾਰੀ ਕਾਲਜ ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਜੇਕਰ ਹੈਗੇ ਸੈਂਟਰਸ ਪੰਜਾਬ ਦੇ ਵਿੱਚ ਜਾਂ ਉਹਦੇ ਆਲੇ ਦੁਆਲੇ, ਥੋੜ੍ਹਾ ਉਹਦੇ ਬਾਰੇ ਸਾਨੂੰ ਦੱਸ ਸਕਦੇ ਹੋ ਜੇਕਰ? ਸਾਡੇ ਕੋਲ ਜਿਹੜੇ ਹੈਗੇ ਨੇ ਜੀ ਆਪਣਾ ਚੰਡੀਗੜ੍ਹ ਜਿਹੜਾ ਜਿਹਨੂੰ ਅਸੀਂ ਬੋਲਦੇ ਨੇ ਮਗਸੀਪਾ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਉੱਥੇ ਪ੍ਰੈਪਰੇਸ਼ਨ ਹੁੰਦੀ ਹੈ ਬੱਚਿਆਂ ਦੀ, ਉੱਥੇ ਕਰ ਸਕਦੇ ਨੇ। ਪਟਿਆਲੇ ਯੂਨੀਵਰਸਿਟੀ ਸੈਂਟਰ ਹੈਗਾ ਵਾ, ਆਈ ਥਿੰਕ ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਦਾ ਨਹੀਂ ਸ਼ੋਰ ਕਿ ਉੱਥੇ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 'ਚ ਹੈਗਾ 1982 ਤੋਂ ਜਿਹੜਾ ਚੱਲ ਰਿਹਾ ਸੈਂਟਰ ਚਲਾ ਰਿਹਾ, ਬੜਾ ਐਕਸੀਲੈਂਟ ਜਿਹੜੇ ਰਿਜ਼ਲਟ ਦੇ ਰਿਹਾ। ਬਹੁਤ ਸਾਰੇ ਪਿੱਛੇ ਸਾਡੇ ਬਿਊਰੋਕਰੇਟਸ ਜਿਹੜੇ ਆਲ ਓਵਰ ਜਿਹੜੇ ਆ ਇੰਡੀਆ ਦੇ ਜਿਹੜਾ ਪ੍ਰਾਈਮ ਪੋਸਟ ਦੇ ਉੱਪਰ ਜਿਹੜਾ ਕੰਮ ਕਰ ਰਹੇ ਨੇ। ਸੋ ਇਹ ਜਿਹੜੀਆਂ ਨੇ ਦੈਟ ਇਜ਼ ਨਾਟ ਏ, ਜੇਕਰ ਅਸੀਂ ਯੂਨੀਵਰਸਿਟੀ ਜਾਂ ਸਰਕਾਰੀ ਜਿਹੜੇ ਅਦਾਰੇ ਜੇਕਰ ਉਹ ਕੋਚਿੰਗ ਦੇ ਰਹੇ ਨੇ ਤਾਂ ਉਹ ਇੱਕ ਪ੍ਰੋਫਿਟ ਵਾਲਾ ਪਰਪਜ਼ ਨਹੀਂ ਹੈਗਾ। ਬੜੇ ਨਾਮਾਤਰ ਫੀਸਾਂ ਨੇ, ਠੀਕ ਹੈ, ਬਹੁਤ ਘੱਟ ਫੀਸਾਂ ਨੇ, ਚੰਗੀ ਲਾਇਬ੍ਰੇਰੀ ਹੈਗੀ ਨੇ। ਉਹ ਤਾਂ ਜਿਹੜੇ ਹੈਗੇ ਕਿ ਟਾਈਪ ਆਫ ਜਿਹੜਾ ਸਰਵਿਸ ਆ ਨਾ ਉਸ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਰਹੇ ਬੱਚੇ ਉੱਥੇ ਵੀ ਜਾ ਕੇ ਚੰਡੀਗੜ੍ਹ ਕਰ ਸਕਦੇ ਨੇ। ਜਿਹੜੇ ਮਾਲਵੇ ਵਾਲੀ ਸਾਈਡ ਦੇ ਬੱਚੇ ਨੇ ਪਟਿਆਲੇ ਯੂਨੀਵਰਸਿਟੀ ਜਾ ਸਕਦੇ ਨੇ, ਇੱਧਰ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਜਿਹੜਾ ਆ ਸਕਦੇ ਨੇ ਜੀ। ਅੱਛਾ ਜਦੋਂ ਆਪਾਂ ਇੰਟਰਵਿਊ ਤੱਕ ਜਿਹੜੇ ਬੱਚੇ ਪਹੁੰਚ ਜਾਂਦੇ ਉਹਨਾਂ ਦੀ ਗੱਲ ਕਰੀਏ ਤਾਂ ਇੰਟਰਵਿਊ ਦੇ ਵਿੱਚ ਇਸ ਸਟੇਜ 'ਤੇ ਕੀ ਟੈਸਟ ਕੀਤਾ ਜਾਂਦਾ ਜਿਹੜਾ ਬੱਚਾ ਇੰਟਰਵਿਊ ਦੇ ਵਿੱਚ ਪਹੁੰਚਦਾ? ਇੰਟਰਵਿਊ ਦੇਖੋ ਜੀ ਤੁਹਾਡੀ ਜਿਹੜੀ ਰਿਟਨ ਆ ਜਾਂ ਤੁਹਾਡੀ ਇੰਟੈਲੀਜੈਂਸੀ ਜਿਹੜੀ ਉਹਨਾਂ ਨੇ ਉਹ ਤਾਂ ਪੇਪਰ 'ਤੇ ਚੈੱਕ ਹੋ ਗਈ। ਦੈਨ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੌਨਫੀਡੈਂਸ ਹੈ ਤੁਹਾਡੀ, ਠੀਕ ਹੈ, ਤੁਹਾਡੀ ਸਾਈਕੋਲੋਜੀ ਕੀ ਆ, ਤੁਸੀਂ ਕਿਸ ਤਰੀਕੇ ਨਾਲ ਚੀਜ਼ਾਂ ਲੈਂਦੇ ਜੋ, ਤੁਹਾਡਾ ਪਰਸਪੈਕਟਿਵ, ਤੁਹਾਡੀ ਅਪਰੋਚ, ਤੁਹਾਡਾ ਨਜ਼ਰੀਆ, ਠੀਕ ਹੈ, ਉਹ ਉਸ ਤਰੀਕੇ ਦੇ ਨਾਲ ਤੁਹਾਡਾ ਉੱਥੇ ਕਾਫੀ ਜਿਹੜਾ ਪੈਨਲ ਬੈਠਦੇ ਨੇ, ਸਾਈਕੈਟਰਿਸਟ ਨੇ ਜਾਂ ਐਕਸਪਰਟ ਜਿਹੜੇ ਬੈਠਦੇ ਨੇ ਕਿ ਬੱਚੇ 'ਚ ਕੌਨਫੀਡੈਂਸ ਕਿੱਦਾਂ ਵਾ, ਐਡੀ ਟੌਪ ਪੋਸਟ ਦੇ ਉੱਪਰ ਜਾ ਰਿਹਾ, ਕੋਆਰਡੀਨੇਸ਼ਨ ਕੋਆਪਰੇਸ਼ਨ ਜਾਂ ਬੱਚੇ ਦੀ ਅਪਰੋਚ ਕੀ ਹੈਗੀ, ਉਸ ਤਰੀਕੇ ਦੇ ਨਾਲ ਜਿਹੜਾ ਮਤਲਬ ਕਰ ਚੈੱਕ ਕਰਦੇ ਨੇ। ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਇੰਟਰਵਿਊ ਦੇ ਵਿੱਚ ਉਹ ਬੱਚੇ ਜਿਹੜੇ ਨਿਕਲ ਸਕਦੇ ਨੇ ਜਿਹੜੇ ਕਿ ਬਹੁਤ ਤੇਜ਼ ਤਰਾਰ ਹੁੰਦੇ ਨੇ ਜਾਂ ਬਹੁਤ ਇੰਟੈਲੀਜੈਂਟ ਹੁੰਦੇ ਨੇ, ਜਾਂ ਫਿਰ ਜਿਹੜੇ ਫਿਜ਼ੀਕਲੀ ਵੀ ਤੁਸੀਂ ਬਹੁਤ ਸਟਰੋਂਗ ਅਤੇ ਬਹੁਤ ਤੁਹਾਡੀ ਲੁੱਕ ਹੈ ਜਿਹੜੀ ਬਹੁਤ ਇੰਪਰੈਸਿਵ ਹੋਣੀ ਚਾਹੀਦੀ ਹੈ। ਪਰ ਕਈ ਸਾਨੂੰ ਇਸ ਤਰ੍ਹਾਂ ਦੇ ਵੀ ਸਿਵਲ ਸਰਵੈਂਟਸ ਦੇਖਣ ਨੂੰ ਮਿਲਦੇ ਨੇ ਜਿਹੜੇ ਕਿ ਫਿਜ਼ੀਕਲੀ ਬਹੁਤ ਜ਼ਿਆਦਾ ਕੋਈ ਇਸ ਤਰ੍ਹਾਂ ਉਹਨਾਂ ਦੀ ਪਰਸਨੈਲਿਟੀ ਨਹੀਂ ਹੁੰਦੀ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਸਾਨੂੰ ਕਰਨ, ਅਤੇ ਜਾਂ ਫਿਰ ਕੋਈ ਇਸ ਤਰ੍ਹਾਂ ਦੇ ਵੀ ਸਟੂਡੈਂਟਸ ਅਸੀਂ ਦੇਖੇ ਨੇ ਜਿਨ੍ਹਾਂ ਦੇ ਕਿ ਐਗਜ਼ਾਮਸ ਦੇ ਵਿੱਚ 50% ਮਾਰਕਸ ਆਉਂਦੇ ਰਹੇ ਨੇ, ਪਰ ਉਹ ਸਿਵਲ ਸਰਵਿਸ ਦੇ ਐਗਜ਼ਾਮ ਕਲੀਅਰ ਕਰਕੇ ਤਾਂ ਅੱਛੇ ਬਿਊਰੋਕਰੈਟ ਬਣੇ ਨੇ, ਅੱਛੇ ਅਫਸਰ ਬਣੇ ਨੇ। ਤਾਂ ਉਹ ਤੁਹਾਨੂੰ ਕੀ ਲੱਗਦਾ ਇਹ ਗੱਲਾਂ ਕਿੰਨੀਆਂ ਕੁ ਸਹੀ ਨੇ ਜਿਹੜੀਆਂ? ਇਹ ਕੋਈ ਹੈ ਨਹੀਂ ਜੀ ਬੱਚੇ ਦੀ ਫਿਜ਼ੀਕਲ ਅਪੀਅਰੈਂਸ ਕੀ, ਉੱਥੇ ਤਾਂ ਤੁਹਾਡਾ ਚੈੱਕ ਕਰਨੀ ਤੁਹਾਡੀ ਲਿਆਕਤ, ਤੁਹਾਡੇ ਆਈਡੀਆਜ਼ ਕੀ ਨੇ, ਤੁਹਾਡੀ ਮੈਚਿਓਰਿਟੀ ਕੀ ਸੀ ਨਾ। ਸੋ ਉੱਥੇ ਫਿਜ਼ੀਕਲੀ ਦਾ ਕੋਈ ਨਾ, ਦੇਖੋ ਤੁਸੀਂ ਜਿਹੜਾ IPS ਬਣਦਾ ਵਾ ਤਾਂ ਤੁਸੀਂ ਉਹਦਾ ਫਿਜ਼ੀਕਲ ਨਾ ਮਾਤਰ ਹੀ ਹੁੰਦਾ ਵਾ,
ਇੱਥੇ ਪੁਲਿਸ ਦਾ ਸਿਪਾਹੀ ਭਰਤੀ ਕਰਨਾ, ਪਹਿਲਾਂ ਉਹਨੂੰ ਭਜਾਉਂਦੇ ਆ, ਬਾਅਦ 'ਚ ਉਹਦਾ ਰਿਟਨ ਟੈਸਟ ਲੈਂਦੇ ਆ। ਉੱਥੇ ਪਹਿਲਾਂ ਬੱਚੇ ਦਾ ਇੰਟਲੈਕਚੁਅਲ ਲੈਂਦੇ, ਉਸ ਤੋਂ ਬਾਅਦ ਉਹਦਾ ਥੋੜ੍ਹਾ ਬਹੁਤਾ ਫਿਜ਼ੀਕਲ। ਸੋ ਇੱਦਾਂ ਦਾ ਮੈਨੂੰ ਨਹੀਂ ਲੱਗ ਰਿਹਾ ਕਿ ਕੋਈ ਹੋਵੇਗਾ। ਜੇ ਹੈਗਾ ਤਾਂ ਮਿੱਥ ਆ ਕਿ ਤੁਸੀਂ ਉਹਦਾ ਫਿਜ਼ੀਕਲ ਅਪੀਅਰੈਂਸ ਕੀ ਹੈਗਾ। ਉੱਥੇ ਤਾਂ ਆਈਡੀਆਜ਼ ਤੁਹਾਡੀ ਮੈਚਿਓਰਿਟੀ, ਤੁਹਾਡੇ ਆਈਡੀਆਜ਼ ਜਿਹੜੇ ਕੀ ਨੇ, ਤੁਸੀਂ ਕਿਸ ਤਰੀਕੇ ਨਾਲ ਜਵਾਬ ਦੇ ਰਹੇ, ਤੁਸੀਂ ਕਿਸ ਤਰ੍ਹਾਂ ਚੀਜ਼ਾਂ ਨੂੰ ਹੈਂਡਲ ਕਰ ਪਾਓਗੇ। ਉਹ ਮੇਰਾ ਖਿਆਲ ਉਸ ਤੋਂ ਬਾਅਦ ਟ੍ਰੇਨਿੰਗ ਦਾ ਹਿੱਸਾ ਹੁੰਦਾ ਕਿ ਉਹਨਾਂ ਨੂੰ ਉਸ ਤਰ੍ਹਾਂ ਟ੍ਰੇਨ ਕੀਤਾ ਜਾਂਦਾ। ਬਹੁਤ ਜ਼ਿਆਦਾ ਟ੍ਰੇਨ ਉਹਨਾਂ ਦੀ ਜਿਹੜੀ ਹੈਗੀ ਆ, ਮਸੂਰੀ ਜਾਂਦੇ ਆ, ਲਬਾਸਨਾ ਦੇ ਜਾਂਦੇ ਨੇ, ਉੱਥੇ ਕਰਕੇ। ਇੱਕ ਮੇਰੇ ਦੋਸਤ ਨੇ ਆਪਣੇ ਦੂਜੇ ਦੋਸਤ ਦੀ ਗੱਲ ਦੱਸੀ ਕਿ IPS ਉਹ ਕਲੀਅਰ ਕਰ ਗਏ ਤੇ ਉਹਨਾਂ ਨੇ ਖੁਦ ਕਿਹਾ ਸੀ ਕਿ ਮੈਂ ਕਦੇ ਟੋਆ ਨਹੀਂ ਸੀ ਟੱਪਿਆ। ਜਦੋਂ ਕਿ ਹੁਣ ਉਹ IPS ਅਫਸਰ ਬਣੇ ਨੇ ਤੇ ਉਹਨਾਂ ਦੀ ਟ੍ਰੇਨਿੰਗ ਵੀ ਬੜੀ ਫਿਜ਼ੀਕਲ ਟ੍ਰੇਨਿੰਗ ਵੀ ਅੱਛੀ ਹੋਈ ਹੈ ਤੇ ਅੱਛੇ ਜਿਹੜੇ IPS ਆਫਿਸਰ ਨੇ ਇਸ ਟਾਈਮ ਉਹ। ਅੱਛਾ ਡਾਕਟਰ ਸਾਹਿਬ, ਬਹੁਤ ਸਾਰੇ ਬੱਚੇ ਨੇ ਜਿਹੜੇ, ਕਿਉਂਕਿ ਦੇਖੋ ਤਿਆਰੀ ਨੂੰ ਸਮਾਂ ਚਾਹੀਦਾ ਹੁੰਦਾ ਔਰ ਉਹ ਸਮਾਂ ਇਹੋ ਜਿਹਾ ਹੁੰਦਾ ਹੈ ਜਦੋਂ ਕਿ ਘਰਦਿਆਂ ਦਾ ਪ੍ਰੈਸ਼ਰ ਵੀ ਹੁੰਦਾ, ਕੋਈ ਜੌਬ ਲੱਭੋ ਯਾਰ, ਕੋਈ ਤੁਹਾਡਾ ਵਿਆਹ ਕਰੀਏ, ਅੱਗੇ ਦਾ ਦੇਖੀਏ। ਪਰ ਬੱਚਾ ਜਿਹੜਾ ਆਪਣਾ ਸਾਲ, 1.5 ਸਾਲ, 2 ਸਾਲ, ਕਈ ਬੱਚੇ ਤਾਂ 5-5, 7-7 ਸਾਲ ਲਾ ਦਿੰਦੇ ਨੇ ਇਸ ਦੀ ਤਿਆਰੀ ਦੇ ਉੱਪਰ। ਜੇਕਰ ਤਾਂ ਉਹ ਸਫਲ ਹੋ ਗਿਆ ਫਿਰ ਤਾਂ ਉਹ ਅਫਸਰ ਬਣ ਜਾਊਗਾ, ਪਰ ਜੇਕਰ ਉਹ ਨਹੀਂ ਹੋਇਆ, ਕਿਉਂਕਿ ਦੇਖੋ ਨਾ ਤੁਸੀਂ ਕਿੰਨੇ ਕੁ % ਜਿਹੜੀਆਂ ਸੀਟਾਂ ਹੁੰਦੀਆਂ ਨੇ, ਲੱਖਾਂ ਅਪੀਅਰ ਹੁੰਦੇ ਨੇ, 1000 ਜਾਂ ਉਹਦੇ ਇਰਦ ਗਿਰਦ ਜਿਹੜੀਆਂ ਪੋਸਟਾਂ ਹੁੰਦੀਆਂ ਨੇ UPSC ਦੀ, ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਬੱਚੇ ਨਹੀਂ ਜਿਹੜੇ ਸਫਲ ਹੋ ਪਾਉਂਦੇ ਇਹਦੇ ਵਿੱਚ, ਉਹਨਾਂ ਲਈ ਫਿਰ ਕੀ ਸਕੋਪ ਬਚਦਾ ਕਰੀਅਰ ਦਾ? ਦੇਖੋ, ਇਹਨਾਂ ਨੂੰ ਜਦੋਂ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜਿਹੜੀਆਂ ਇਹ ਸਰਵਿਸਿਸ ਨੇ ਜਾਂ ਟੈਸਟ ਹੈਗਾ, ਅਤੇ ਇਹਨੂੰ ਅਸੀਂ ਬੋਲਦੇ ਨੇ ਮਦਰ ਆਫ ਆਲ ਐਗਜ਼ਾਮ। ਚਲੋ ਤੁਸੀਂ ਉਹਦੇ ਵੱਲ ਲੱਗੇ ਜੋ, ਕਰ ਰਹੇ ਜੋ, ਹੋ ਗਿਆ ਤਾਂ ਵੈਰੀ ਗੁੱਡ ਆ। ਤੁਸੀਂ ਪ੍ਰੀ ਵੀ ਕਰ ਲਿਆ, ਮੇਨ ਵੀ ਕਰ ਲਿਆ, ਇੰਟਰਵਿਊ ਸਿਲੈਕਟ ਹੋ, ਫਿਰ ਤੁਸੀਂ ਟੌਪ 'ਤੇ ਜੋ। ਜੇ ਤੁਹਾਡਾ ਕੁਛ ਨਹੀਂ ਹੁੰਦਾ, ਤੁਸੀਂ ਇੰਟਰਵਿਊ ਦੇ ਫਿਰ ਤੁਸੀਂ ਬਾਟਮ 'ਤੇ ਜੋ, ਨੀਚੇ ਜੋ। ਸੋ ਉਹ ਤੋਂ ਇੱਕ ਬੈਟਰ ਆਪਸ਼ਨ ਆ। ਕੁਛ ਬੱਚੇ ਤਾਂ ਕਹਿੰਦੇ ਨਹੀਂ ਜੀ ਅਸੀਂ ਜਿਹੜੇ ਇਹਦੀ ਪ੍ਰੈਪਰੇਸ਼ਨ ਕਰਦੇ ਆ, B ਪਲਾਨ ਹੁੰਦਾ ਹੀ ਨਹੀਂ ਆ। ਸੋ ਜੇ ਤਾਂ ਤੁਸੀਂ ਚਾਹੁੰਦੇ ਜੋ ਕਿ ਜਿਹੜਾ ਇਸ ਸਰਵਿਸਿਸ ਸੈਕਟਰ ਦੇ ਵਿੱਚ ਜਾਣਾ, ਗੌਰਮੈਂਟ ਜਿਹੜਾ ਸਰਵਿਸਿਸ ਜਾਣਾ, ਦੈਨ ਉਹਦੇ ਨਾਲ ਠੀਕ ਆ, ਮਤਲਬ B ਕਲਾਸ ਪੋਸਟਾਂ ਆਉਂਦੀਆਂ ਨੇ, ਠੀਕ ਆ, ਨੀਚੇ ਵਾਲੀਆਂ ਕੁਛ ਆਉਂਦੀਆਂ ਨੇ, ਕਿਤੇ ਤਹਿਸੀਲਦਾਰ ਦੀਆਂ, ਕਿਤੇ ਸਬ ਇੰਸਪੈਕਟਰ ਦੀਆਂ, ਕਿਤੇ ਕੁਛ ਉਹ ਵਾਲੀਆਂ ਆਉਂਦੀਆਂ ਨੇ। ਦੈਨ ਜਿਹੜੇ ਬੱਚਿਆਂ ਦੀ ਅਸੀਂ ਕਹੀਏ ਕਿ ਪੋਸਟ ਗ੍ਰੈਜੂਏਸ਼ਨ ਹੋਈ ਆ, ਜਾਂ ਜਿਹੜੇ ਬੱਚਿਆਂ ਨੇ ਸਬਜੈਕਟ ਆਪਟ ਕੀਤਾ, ਸੋਸ਼ੋਲੋਜੀ, ਹਿਸਟਰੀ, ਪੋਲੀਟੀਕਲ ਸਾਇੰਸ, ਉਹ 'ਚ ਮਾਸਟਰ ਕੀਤੀ ਉਹਨਾਂ ਨੇ, ਜਾਂ ਉਹ ਅਪੀਅਰ ਹੋ ਸਕਦੇ ਨੇ UGC ਵਾਸਤੇ। ਇਟ ਇਜ਼ ਅ ਵੈਰੀ ਇੰਪੋਰਟੈਂਟ, ਅਨਦਰ ਟਫੈਸਟ ਐਗਜ਼ਾਮ ਇਨ ਇੰਡੀਆ, 4th ਨੰਬਰ 'ਤੇ ਆਉਂਦਾ UGC। ਤੁਹਾਡੀ ਫੈਲੋਸ਼ਿਪ ਲੱਗ ਸਕਦੀ JRF ਅਤੇ ਗੌਰਮੈਂਟ ਆਫ ਇੰਡੀਆ ਤੁਹਾਨੂੰ ਸਰਚ ਕਰਨ ਵਾਸਤੇ ਜਿਹੜਾ 50,000 ਰੁਪਇਆ ਪਰ ਮੰਥ ਦੇ ਰਹੀ 5 ਸਾਲਾਂ ਦੇ ਲਈ। ਸੋ ਇਸ ਤਰੀਕੇ ਨਾਲ ਪਲਾਨ ਕਰਕੇ, ਜੇ ਉੱਧਰੋਂ ਨਹੀਂ, ਸੋ ਦੇਖੋ ਜੀ, ਜੇ ਤਾਂ ਬੰਦਾ ਸਿਲੈਕਟ ਹੋ ਗਿਆ, ਵੈਲ ਐਂਡ ਗੁੱਡ ਆ। ਲਾਈਫ ਤਾਂ ਨਹੀਂ ਨਾ ਖਤਮ ਹੋ ਗਈ, ਠੀਕ ਹੈ। ਲਾਈਫ ਦੇ ਡਿਫਰੈਂਟ ਤਰ੍ਹਾਂ ਦੇ ਐਸਪੈਕਟ ਨੇ, ਕਿਵੇਂ ਹੈਂਡਲ ਕਰਨਾ, ਇਹ ਵੀ ਇੱਕ ਪਲਾਨ ਹੋਣਾ ਚਾਹੀਦਾ ਕਿ ਜੇ ਨਹੀਂ ਹੋਇਆ ਤਾਂ ਕੀ ਕਰਨਾ। ਸੋ ਤੁਸੀਂ ਹੋਰ ਬਹੁਤ ਸਾਰੀਆਂ ਨੇ, ਠੀਕ ਹੈ, ਜਿਹੜਾ ਗੌਰਮੈਂਟ ਕਾਲਜ ਨੇ, ਯੂਨੀਵਰਸਿਟੀਜ਼ ਨੇ, ਜਿਹਨੇ ਕਿਸੇ ਨੇ ਲਾ ਕੀਤਾ, ADA ਵਾਲੇ ਪਾਸੇ ਜਾਂਦਾ, ਪ੍ਰਾਈਵੇਟ ਪ੍ਰੋਫੈਸ਼ਨਲ ਵਕਾਲਤ ਵਾਲੇ ਪਾਸੇ ਜਾ ਸਕਦਾ। ਬਹੁਤ ਸਾਰੇ ਜਿਹੜੇ ਏਰੀਆ ਨੇ ਉਹਨੂੰ ਐਕਸਪਲੋਰ ਕਰ ਸਕਦਾ ਬੱਚਾ ਜੀ। ਮਤਲਬ ਜਿਹੜੇ ਕੋਈ ਹੋਰ ਐਗਜ਼ਾਮ ਵੀ ਦਿੰਦਾ ਤਾਂ ਇਹਦੀ ਪ੍ਰੈਪਰੇਸ਼ਨ ਉਹਦੇ 'ਚ ਕੰਮ ਜ਼ਰੂਰ ਆਉਂਦੀ ਹੈ, ਉਹ ਕਿਤੇ ਨਾ ਕਿਤੇ ਡੈਫੀਨੇਟਲੀ ਆਵੇਗੀ ਜੀ। ਸਾਰਾ ਹੀ ਉਹਦੇ 'ਚ ਆਉਣਾ, ਤੁਹਾਡਾ ਹਿਸਟਰੀ, ਪੋਲਿਟੀ, ਇਕਨੋਮਿਕਸ, ਜਿਓਗ੍ਰਾਫੀ, ਸਾਰਾ ਕੁਛ ਆਉਣਾ, ਉਹ ਸਾਰਾ ਹੀ ਕਵਰ ਕਰੇਗਾ ਜੀ। ਤਾਂ ਜਿਹੜੇ ਕੈਂਡੀਡੇਟਸ ਸਿਵਲ ਸਰਵਿਸ ਐਗਜ਼ਾਮ ਦੇ ਵਿੱਚ ਸਫਲ ਨਹੀਂ ਵੀ ਹੋ ਪਾਉਂਦੇ ਤਾਂ ਉਹਨਾਂ ਨੂੰ ਮੇਰਾ ਖਿਆਲ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਾਫੀ ਸਕੋਪ ਜਿਹੜਾ ਬਚਿਆ। ਅਤੇ ਇੱਕ ਹੋਰ ਵੀ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਦੇ ਵਿੱਚ ਹੀ ਐਡ ਕਰਨਾ ਚਾਹੁੰਦਾ, ਇੱਕ ਲੇਮੈਨ ਦੇ ਤੌਰ 'ਤੇ ਜੋ ਆਬਜ਼ਰਵੇਸ਼ਨ ਮੇਰੀ ਰਹੀ ਹੈ ਕਿ ਜਿਹੜਿਆਂ ਨੇ ਨਾ ਸਿਵਲ ਸਰਵਿਸ ਐਗਜ਼ਾਮ ਦੀ ਤਿਆਰੀ ਕੀਤੀ ਹੁੰਦੀ ਹੈ, ਉਹ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਣ, ਉਹਨਾਂ ਦੀ ਇੱਕ ਵੱਖਰੀ ਲੁੱਕ ਹੁੰਦੀ ਹੈ, ਆਊਟਲੁੱਕ ਵੱਖਰੀ ਹੁੰਦੀ ਹੈ, ਉਹਨਾਂ ਦਾ ਦੇਖਣ ਦਾ ਨਜ਼ਰੀਆ, ਉਹਨਾਂ ਦਾ ਚੀਜ਼ਾਂ ਨੂੰ ਸਮਝਣ ਦਾ ਨਜ਼ਰੀਆ, ਇੱਕ ਉਹਨਾਂ ਦਾ ਜਿਹੜਾ ਸਤਰ ਹੈ ਨਾ, ਜਿਹੜਾ ਉਹਨਾਂ ਦਾ ਇੱਕ ਲੈਵਲ ਹੈ, ਕਾਫੀ ਉੱਚਾ ਹੋ ਜਾਂਦਾ ਹੈ। ਬਿਲਕੁਲ ਜੀ, ਬਿਲਕੁਲ ਹੈ ਨਾ। ਇਹਨੂੰ ਅਸੀਂ ਕਹਿੰਦੇ ਵੀ ਜਦੋਂ ਤੋਂ ਸਟਾਰਟ ਹੋਈਆਂ ਇੰਡੀਆ ਦੇ ਵਿੱਚ, ਹੈ ਨਾ, ਜਿਹੜਾ ਮੈਕਾਲੇ ਨੇ ਜਦੋਂ ਕੀਤਾ, ਅਤੇ ਉਦੋਂ 1/3 ਆਫਿਸਰ ਜਿਹੜੇ ਆਉਂਦੇ ਸੀਗੇ ਦ ਪ੍ਰੋਡਕਟ ਆਫ ਆਕਸਫੋਰਡ ਐਂਡ ਕੈਂਬਰਿਜ ਯੂਨੀਵਰਸਿਟੀ ਜੀ। ਉਹਨਾਂ ਦਾ ਸਿਲੇਬਸ ਇੰਨਾ ਜ਼ਿਆਦਾ ਹੁੰਦਾ ਸੀ, ਅਤੇ ਉਦੋਂ ਕੰਸੈਪਟ ਇਹ ਹੁੰਦੀ ਸੀ ਮਾਈ ਬਾਪ ਆ ਜੀ, ਸਭ ਜਾਣਤੇ, ਸਭ ਜਾਣਤੇ, ਮਤਲਬ ਇਹ ਪੜ੍ਹੇ ਇੰਨਾ ਵਾ, ਠੀਕ ਹੈ, ਉਹ ਇੰਨਾ ਪੜ੍ਹਾਈ ਹੁੰਦੀ ਹੈ, ਇੰਨਾ ਉਹ ਮਤਲਬ ਡੈਫੀਨੇਟਲੀ ਤੁਹਾਨੂੰ ਜਿਹੜੀ ਚੀਜ਼ ਤੁਹਾਡੇ ਅੰਦਰ ਗਈ ਆ, ਤੁਸੀਂ ਪੜ੍ਹਿਆ, ਉਹ ਬਾਹਰ ਆਵੇਗੀ, ਰਿਫਲੈਕਟ ਹੋਵੇਗੀ। ਤੁਹਾਡਾ ਵੇ ਆਫ ਲਾਈਫ, ਤੁਹਾਡਾ ਵੇ ਆਫ ਸਪੀਕਿੰਗ, ਉਹ ਦਿਖੇਗਾ ਜੀ, ਡੈਫੀਨੇਟਲੀ ਦਿਖੇਗਾ ਜੀ। ਡਾਕਟਰ ਸਾਹਿਬ, ਅਸੀਂ ਅੱਜ ਸਿਵਲ ਸਰਵਿਸ ਪ੍ਰੀਖਿਆਵਾਂ ਜਿਹੜੀਆਂ ਨੇ ਉਹਦੇ ਬਾਰੇ ਦੇ ਵਿੱਚ ਗੱਲਬਾਤ ਕੀਤੀ ਹੈ, ਅਤੇ ਸਾਨੂੰ ਉਮੀਦ ਹੈ ਕਿ ਇਸ ਨੂੰ ਸੁਣ ਕੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹ ਹੁਣ ਇੰਸਪਾਇਰ ਵੀ ਹੋਣਗੇ ਅਤੇ ਇੱਧਰ ਵੱਲ ਜਾਣਗੇ। ਅਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਸਾਨੂੰ ਭਾਰਤ ਨੂੰ ਅੱਜ ਲੋੜ ਹੈ ਚੰਗੇ ਬਿਊਰੋਕਰੈਟਸ ਦੀ, ਜਿਹੜੇ ਕਿ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਣ। ਤੁਸੀਂ ਇਸ ਬਾਰੇ ਡਿਟੇਲ ਦੇ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ। ਤਾਂ ਦੋਸਤੋ, ਹੋਰ ਵਿਸ਼ਾ ਅਸੀਂ ਲੈ ਕੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਮੁਹੰਮਦ ਇਮਤਿਆਜ਼ ਨੂੰ ਦਿਓ ਇਜਾਜ਼ਤ। ਨਮਸਕਾਰ।